ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਮਾਈ ਮਾਇਆ ਛਲ ਤਿਰਣ ਕੀ ਅਗਨ ਮੇਘ ਕੀ ਛਾਇਆ। ਗੋਬਿੰਦ ਭਜਨ ਬਿਨ ਹੜ ਕਾ ਜਲ। ਮਾਈ ਮਾਇਆ ਛਲ ਤਿਰਣ ਕੀ ਅਗਨ ਮੇਘ ਕੀ ਛਾਇਆ। ਗੋਬਿੰਦ ਭਜਨ ਬਿਨ ਹੜ ਕਾ ਜਲ। ਰਹਾਉ ਛੋੜ ਸਿਆਣਪ ਬਹੁ ਚਤੁਰਾਈ। ਦੋਵੇਂ ਕਰ ਜੋੜ ਸਾਧ ਮਗ ਚੱਲ। ਸਿਮਰ ਸੁਆਮੀ ਅੰਤਰਜਾਮੀ। ਮਨੁੱਖ ਦੇ ਕਾ ਏ ਉਤਮ ਫਲ। ਵੇਦ ਬਖਿਆਨ ਕਰਤ ਸਾਧੂ ਜਾਨਾ। ਭਾਗਹੀਨ ਸਮਝਤ ਨਹੀਂ ਖਲ। ਪ੍ਰੇਮ ਭਗਤ ਰਾਚੇ ਜਨ ਨਾਨਕ। ਹਰ ਸਿਮਰਨ ਦਹਿਣ ਭਏ ਮਲ। ਵੇਦ ਬਖਿਆਨ ਕਰਤ ਸਾਧੂ ਜਨ। ਭਾਗਹੀਨ ਸਮਝਤ ਨਹੀਂ ਖਲ। ਪ੍ਰੇਮ ਭਗਤ ਰਾਚੇ ਜਨ ਨਾਨਕ। ਹਰ ਸਿਮਰਨ ਦਹਿਣ ਭਏ ਮਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਦੇ ਮਾਣ ਸਤਿਗੁਰੂ। ਨਿਤਾਣਿਆਂ ਦੇ ਤਾਣ ਸਤਿਗੁਰੂ। ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਅੰਦਰ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਹਾਜ਼ਰੀਆਂ ਭਰਦਿਆਂ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲ ਕਰਨ ਦਾ ਸਫਲ ਯਤਨ ਕਰਦਿਆਂ ਮੁਬਾਰਕ ਚਰਨ ਪਾਤਸ਼ਾਹ ਦੇ ਪਰਸੇ ਹਨ। ਨਿਤਾ ਪ੍ਰਤੀ ਜਿੱਥੇ ਹਰ ਰੋਜ਼ ਗੁਰ ਸਿੱਖ ਗੁਰੂ ਦਾ ਹੁਕਮ ਵਜਾਉਂਦਿਆਂ ਜਿਵੇਂ ਪਾਤਸ਼ਾਹ ਨੇ ਆਖਿਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ। ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਜਿਹੜਾ ਤੇ ਸਿੱਖ ਹੋਵੇ ਗੁਰੂ ਦਾ, ਜਿਹੜਾ ਤੇ ਸਿੱਖ ਅਖਵਾਵੇ ਆਪਣੇ ਆਪ ਨੂੰ ਗੁਰੂ ਦਾ। ਇਹ ਸਾਫ਼ ਕਰਕੇ ਇਹ ਕਲੀਅਰ ਕਰਕੇ ਪਾਤਸ਼ਾਹ ਨੇ ਆਖਿਆ, ਗੁਰ ਸਤਿਗੁਰ ਕਾ ਜੋ ਸਿੱਖ ਕਾਏ ਕਿ ਜਿਹੜਾ ਤੇ ਸਿੱਖ ਖਵਾਉਂਦਾ ਹੋਵੇ ਆਪਣੇ ਆਪ ਨੂੰ, ਉਹਦੇ ਵਾਸਤੇ ਤੇ ਕਰਮ ਇਹ ਜ਼ਰੂਰੀ ਹੈ। ਸੋ ਭਲ ਕੇ ਉਠ ਹਰ ਨਾਮ ਧਿਆਵੇ ਕਿ ਅੰਮ੍ਰਿਤ ਵੇਲੇ ਉੱਠ ਕੇ ਜਾਗ ਕੇ ਉਹ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਭਰੇ। ਹਾਂ, ਜਿਹੜਾ ਸਿੱਖ ਨਹੀਂ, ਜਿਹੜਾ ਸਿੱਖ ਹੋਵੇ ਕਿਸੇ ਡੇਰੇ ਦਾ, ਜਿਹੜਾ ਸਿੱਖ ਹੋਵੇ ਕਿਸੇ ਪਖੰਡੀ ਦਾ ਜਾਂ ਭਟਕਣਾ ਦੇ ਵਿੱਚ ਕਿਸੇ ਭਰਮ ਦੇ ਵਿੱਚ ਪਿਆ ਹੋਵੇ, ਆਖਿਆ ਉਹਦੇ ਵਾਸਤੇ ਤੇ ਉਹਦੇ ਮਨ ਦੀ ਮੌਜ ਹੈ। ਪਰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ। ਗੁਰੂ ਦੇ ਸਿੱਖ ਵਾਸਤੇ, ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਵਾਸਤੇ ਇਹ ਪਹਿਲਾ ਕਰਮ ਹੈ ਦਿਨ ਦਾ, ਇਹ ਪਹਿਲਾ ਕਰਮ ਹੈ ਜੀਵਨ ਦਾ।
ਗੁਰੂ ਚਰਨਾਂ ਦੇ ਅੰਦਰ ਅੰਮ੍ਰਿਤ ਵੇਲੇ ਹਾਜ਼ਰੀ ਭਰੇ। ਆਪਣੇ ਦਿਨ ਦੀ ਇਹ ਮਿਲੀ ਹੋਈ ਨਵੀਂ ਸ਼ੁਰੂਆਤ, ਜੀਵਨ ਦੇ ਵਿੱਚ ਮਿਲਿਆ ਹੋਇਆ ਇਹ ਨਵਾਂ ਦਿਨ, ਇਹਦੀ ਜਿਹੜੀ ਸ਼ੁਰੂਆਤ ਹੈ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਕਰੇ। ਹਰ ਰੋਜ਼ ਜਿੱਥੇ ਪਾਤਸ਼ਾਹ ਜੀਵਨ ਨੂੰ ਸਵਾਰਨ ਵਾਸਤੇ ਨਵੀਂ ਸੇਧ ਹਰ ਰੋਜ਼ ਹੁਕਮਨਾਮੇ ਦੇ ਰੂਪ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਅੱਜ ਜਿੱਥੇ ਮੱਸਿਆ ਦਾ ਦਿਹਾੜਾ ਹਰ ਮਹੀਨੇ ਦੀ ਤਰ੍ਹਾਂ ਸੰਗਤ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰਦੀ ਹੈ, ਨਾਲ ਦੀ ਨਾਲ ਬੰਦੀ ਛੋੜ ਦਿਹਾੜਾ ਦੀਵਾਲੀ ਵਾਲਾ ਵੀ ਅੱਜ ਦਿਨ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਦਾ ਇਹ ਮੁੱਖ ਵਾਕ, ਅੱਜ ਦਾ ਇਹ ਪਾਵਨ ਸ਼ਬਦ ਟੋਡੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 717 ਉਤੇ ਬਖਸ਼ਿਸ਼ ਕੀਤਾ ਹੈ। ਮਾਇਆ ਛਲ ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਜਿਵੇਂ ਕਈ ਥਾਈਂ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਸਮਝਾਉਣ ਦਾ ਯਤਨ ਕਰਦੇ ਨੇ, ਕਈ ਥਾਂ ਤੇ ਮਿੱਤਰ ਕਹਿ ਕੇ, ਸੱਜਣ ਕਹਿ ਕੇ, ਕਈ ਥਾਂ ਤੇ ਭਰਾ ਕਹਿ ਕੇ, ਰਿਸ਼ਤੇਦਾਰ ਸੰਬੰਧੀ ਕਹਿ ਕੇ, ਮਾਤਾ ਪਿਤਾ ਕਹਿ ਕੇ ਸੰਬੋਧਨ ਕੀਤਾ, ਤੇ ਫਿਰ ਕਈ ਵਾਰ ਪਾਤਸ਼ਾਹ ਕਹਿੰਦੇ ਜਿਵੇਂ ਕਿਸੇ ਮਨੁੱਖ ਦੇ ਜੀਵਨ ਦੇ ਅੰਦਰ ਕੋਈ ਅੰਤਾਂ ਦੀ ਖੁਸ਼ੀ ਦੀ ਗੱਲ ਹੋਵੇ, ਕਿਸੇ ਮਨੁੱਖ ਦੇ ਅੰਦਰ ਕੋਈ ਦੁੱਖ ਦੀ ਘਟਨਾ ਜੀਵਨ ਦੇ ਵਿੱਚ ਆ ਜਾਏ, ਸਭ ਤੋਂ ਪਹਿਲਾਂ ਮਨੁੱਖ ਦਾ ਯਤਨ ਹੁੰਦਾ ਹੈ ਕਿ ਆਪਣੀ ਮਾਂ ਦੇ ਨਾਲ ਉਹ ਸਾਂਝਾ ਕਰੇ। ਸਭ ਤੋਂ ਪਹਿਲਾਂ ਮਾਂ ਦਾ ਚੇਤਾ ਉਸ ਦੇ ਮਨ ਦੇ ਵਿੱਚ ਆਉਂਦਾ ਹੈ। ਗੱਲ ਨੂੰ, ਇਸ ਖਬਰ ਨੂੰ ਸਾਂਝੀ ਕਰਨ ਵਾਸਤੇ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਮਨ ਦੇ ਅੰਦਰ ਐਸਾ ਵਿਚਾਰ ਪ੍ਰਗਟ ਹੋਇਆ, ਇਹ ਖਿਆਲ ਪ੍ਰਗਟ ਹੋਇਆ, ਹੇ ਮਾਈ ਮਾਇਆ ਛਲ, ਜਿਹੜਾ ਸੰਸਾਰ ਦੇ ਵਿੱਚ ਇਹ ਮਾਇਆ ਦਾ ਛਲਾਵਾ ਹੈ, ਪਦਾਰਥਾਂ ਦਾ ਛਲਾਵਾ ਹੈ, ਇਸ ਤਰ੍ਹਾਂ ਦਾ ਹੈ ਜਿਵੇਂ ਇਹ ਛਲਾਵਾ ਬਹੁਤੀ ਦੇਰ ਟਿਕਣ ਵਾਲਾ ਨਾ ਹੋਵੇ। ਉਦਾਹਰਨਾਂ ਦੇ ਕੇ ਪਾਤਸ਼ਾਹ ਨੇ ਸਮਝਾਇਆ। ਇਸ ਦੀ ਤੁਲਨਾ ਇਹਨਾਂ ਚੀਜ਼ਾਂ ਦੇ ਨਾਲ, ਉਦਾਹਰਨਾਂ ਦੇ ਨਾਲ ਕਰਕੇ ਸਮਝਾਉਣ ਦਾ ਯਤਨ ਕੀਤਾ ਕਿ ਹੇ ਮਾਂ, ਇਹ ਮਾਇਆ ਦਾ ਛਲਾਵਾ, ਇਹ ਤ੍ਰਿਸ਼ਨਾ ਦਾ ਛਲਾਵਾ, ਸੰਸਾਰ ਦੇ ਅੰਦਰ ਮਨ ਨੂੰ ਖਿੱਚ ਪਾਉਣ ਵਾਲੇ ਜਿਹੜੇ ਪਦਾਰਥ ਨੇ, ਇਹਨਾਂ ਦਾ ਛਲਾਵਾ ਇਸ ਤਰ੍ਹਾਂ ਦਾ ਹੈ ਜਿਵੇਂ ਤ੍ਰਿਣ ਕੀ ਅਗਨ, ਕੱਖਾਂ ਦੀ ਅੱਗ ਬਲਦੀ ਹੋਵੇ। ਇੱਕ ਵਾਰ ਤੇ ਇਹ ਬਹੁਤ ਜ਼ਿਆਦਾ ਮੱਚ ਜਾਂਦੀ ਹੈ, ਇਹਦੇ ਭਾਂਬੜ ਬਣੇ, ਪਰ ਦੂਜੇ ਹੀ ਪਲ ਇੱਕ ਅੱਖਾਂ ਦੀ ਅੱਗ ਇੱਕਦਮ ਸ਼ਾਂਤ ਹੋਈ। ਤ੍ਰਿਣ ਕੀ ਅਗਨ, ਇੱਕ ਅੱਖਾਂ ਦੀ ਅੱਗ, ਮੇਘ ਕੀ ਛਾਇਆ, ਬੱਦਲਾਂ ਦੀ ਛਾਂ, ਧੁੱਪ ਦੇ ਵਿੱਚ ਤਪਦੇ ਹੋਏ, ਬੇਹਾਲ ਹੁੰਦੇ ਹੋਏ ਕਿਸੇ ਮਨੁੱਖ ਦੇ ਉੱਤੇ ਬੱਦਲਾਂ ਦੀ ਇੱਕ ਟੁਕੜੀ ਆ ਕੇ ਛਾਂ ਕਰ ਦੇਵੇ। ਸੂਰਜ ਦੇ ਅੱਗੇ ਬੱਦਲਾਂ ਦੀ ਇਹ ਟੁਕੜੀ ਆ ਜਾਏ ਤੇ ਉਹ ਮਨੁੱਖ ਸ਼ੁਕਰ ਮਨਾਵੇ ਕਿ ਧੰਨਵਾਦ ਪਰਮਾਤਮਾ ਦਾ, ਸ਼ੁਕਰ ਪਰਮਾਤਮਾ ਦਾ ਜਿਸ ਨੇ ਇਹ ਰਾਤ ਦਿੱਤੀ, ਇਹ ਛਾਂ ਦਿੱਤੀ। ਪਰ ਪਾਤਸ਼ਾਹ ਕਹਿੰਦੇ ਇਸ ਮੇਘ ਦੀ ਛਾਂ ਦੇ ਉੱਤੇ, ਇਸ ਬੱਦਲਾਂ ਦੀ ਛਾਂ ਦੇ ਉੱਤੇ ਬਹੁਤਾ ਸਮਾਂ ਜਿਹੜਾ ਹੈ ਯਕੀਨ ਨਹੀਂ ਕੀਤਾ ਜਾ ਸਕਦਾ। ਦੂਜੇ ਹੀ ਪਲ ਇਹ ਬੱਦਲ ਇਸ ਸੂਰਜ ਤੋਂ ਪਾਸੇ ਹੋਏ ਤੇ ਉਸੇ ਤਰ੍ਹਾਂ ਦੀ ਚਮਕਦੀ ਹੋਈ ਧੁੱਪ ਫੇਰ ਇਸ ਸਰੀਰ ਦੇ ਉੱਤੇ ਆਪਣਾ ਜ਼ੋਰ ਪਾਉਣ ਲੱਗੀ। ਫਿਰ ਆਖਿਆ ਗੋਬਿੰਦ ਭਜਨ ਬਿਨ ਹੜਕਾ ਜਲ, ਹੜ ਦਾ ਪਾਣੀ ਇਹ ਜਲ ਚੜ੍ਹ ਕੇ ਆਇਆ ਹੋਵੇ ਤੇ ਜਿਹੜਾ ਇਸ ਔੜ ਦੇ ਨਾਲ ਜਿਸ ਕਿਸਾਨ ਦੇ ਖੇਤ ਦੇ ਵਿੱਚ ਕੋਈ ਦੂਜਾ ਪਾਣੀ ਨਾ ਪਹੁੰਚਦਾ ਹੋਵੇ, ਸੁੱਕੀ ਹੋਈ ਇਸ ਧਰਤੀ ਦੇ ਉੱਤੇ ਜੇਕਰ ਉਹ ਆਪਣੇ ਮਨ ਦੀ ਆਸ ਨੂੰ, ਪਾਣੀ ਦੀ ਨੂੰ ਪੂਰੀ ਕਰ ਸਕਦਾ ਹੈ, ਤੇ ਪਾਤਸ਼ਾਹ ਕਹਿੰਦੇ ਇਹ ਹੜ ਦਾ ਜਲ ਬਹੁਤਾ ਕਿਸੇ ਦਾ ਕੁਝ ਸਵਾਰ ਨਹੀਂ ਸਕਦਾ, ਕੇਵਲ ਨੁਕਸਾਨ ਹੀ ਕਰ ਸਕਦਾ ਹੈ। ਇਹਦਾ ਬਹੁਤਾ ਸ਼ੁਕਰਨਾਮਾ ਇਸ ਨੇ ਨੁਕਸਾਨ ਕਰਨਾ ਹੈ। ਇਹ ਬਹੁਤਾ ਸਮਾਂ ਰਹਿਣ ਵਾਲਾ ਵੀ ਨਹੀਂ, ਚੜ੍ਹ ਕੇ ਆਇਆ ਹੈ ਇਹ ਹੜ ਦੇ ਨਾਲ ਦਰਿਆ ਦਾ ਪਾਣੀ, ਥੋੜੇ ਹੀ ਸਮੇਂ ਬਾਅਦ ਇਸ ਨੇ ਲੈ ਜਾਣਾ ਹੈ। ਪਾਤਸ਼ਾਹ ਨੇ ਉਦਾਹਰਨਾਂ ਦਿੱਤੀਆਂ ਕਿ ਜਿਵੇਂ ਤ੍ਰਿਣ ਦੀ ਅਗਨ, ਇਹ ਕੱਖਾਂ ਦੀ ਅੱਗ ਬਹੁਤਾ ਸਮਾਂ ਨਾ ਟਿਕ ਸਕੀ, ਇਹ ਮੇਘ ਦੀ ਛਾਂ, ਬੱਦਲਾਂ ਦੀ ਛਾਂ ਬਹੁਤਾ ਸਮਾਂ ਸੂਰਜ ਤੋਂ ਰਾਹਤ ਨਹੀਂ ਦੇ ਸਕਦੀ। ਹੜ ਦਾ ਪਾਣੀ ਜਿਵੇਂ ਬਹੁਤਾ ਸਮਾਂ ਟਿਕ ਨਹੀਂ ਸਕਦਾ। ਹੇ ਮਾਇਆ ਛਲ, ਇਸੇ ਤਰ੍ਹਾਂ ਇਸ ਸੰਸਾਰ ਦੇ ਪਦਾਰਥ ਨੇ, ਇਹ ਵੀ ਬਹੁਤਾ ਸਮਾਂ ਕਿਸੇ ਨੂੰ ਆਨੰਦ ਸੁੱਖ ਨਹੀਂ ਦੇ ਸਕਦੇ। ਇੱਕ ਪਦਾਰਥ, ਇੱਕ ਮੰਗ, ਇੱਕ ਆਸ ਪੂਰੀ ਹੋਵੇ ਮਨੁੱਖ ਦੀ,
ਇਹਦੇ ਵਿੱਚੋਂ ਆਨੰਦ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ, ਪਰ ਸਮਝ ਆਈ ਕਿ ਜਿਸ ਦੀ ਪ੍ਰਾਪਤੀ ਤੋਂ ਪਹਿਲਾਂ ਮਨ ਦੇ ਵਿੱਚ ਖਿੱਚ ਸੀ, ਇਹਦੀ ਪ੍ਰਾਪਤੀ ਤੋਂ ਪਹਿਲਾਂ ਜਿਸ ਦੇ ਬਾਬਤ ਵਿਚਾਰ ਸਨ ਕਿ ਇਹ ਚੀਜ਼, ਇਹ ਵਸਤੂ ਪ੍ਰਾਪਤ ਹੋਵੇਗੀ, ਮਨ ਆਨੰਦ ਦੇ ਵਿੱਚ ਆਏਗਾ, ਪਰ ਪ੍ਰਾਪਤੀ ਤੋਂ ਬਾਅਦ ਬਹੁਤਾ ਸਮਾਂ ਉਹਦਾ ਆਨੰਦ ਨਾ ਰਹਿ ਸਕਿਆ। ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਹਨ। ਇਸੇ ਤਰ੍ਹਾਂ ਸੈਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਇਸ ਦੀ ਤ੍ਰਿਪਤੀ ਨਾ ਹੋਈ, ਵਾਰ ਵਾਰ ਹੋਰ ਵਿਚਾਰ, ਹੋਰ ਆਸ, ਹੋਰ ਚਿਤਵਣੀ ਮਨ ਦੇ ਵਿੱਚ ਪੈਦਾ ਕਰਕੇ ਫਿਰ ਉਹਦੇ ਪਿੱਛੇ ਦੌੜਦਾ ਹੈ। ਮਾਈ ਮਾਇਆ ਛਲ ਤਿਰਨ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਅੱਗੇ ਪਾਤਸ਼ਾਹ ਨੇ ਕਿਰਪਾ ਕੀਤੀ, ਛੋੜ ਸਿਆਣਪ ਬਹੁ ਚਤੁਰਾਈ, ਦੋਵੇਂ ਕਰ ਜੋੜ ਸਾਧ ਮਗ ਚੱਲ। ਕਹਿੰਦੇ ਇਸ ਛਲਾਵੇ ਨੂੰ ਛੱਡ ਕੇ ਇਹਨਾਂ ਦੇ ਵਿੱਚੋਂ ਸੁੱਖ ਲੱਭਣ ਦੀ ਥਾਂ ਇੱਕ ਕੰਮ ਕਰ, ਛੋੜ ਸਿਆਣਪ, ਆਪਣੀ ਚਤੁਰਾਈ, ਆਪਣੀ ਸਿਆਣਪ, ਆਪਣੇ ਮਾਨ ਹੰਕਾਰ ਨੂੰ ਛੱਡ ਕੇ ਇੱਕ ਪਾਸੇ ਕਰਕੇ ਦੋਵੇਂ ਕਰ ਜੋੜ, ਦੋਵੇਂ ਹੱਥ ਜੋੜ ਕੇ ਸਾਧ ਮਗ ਚੱਲ। ਗੁਰੂ ਦੇ ਮਾਰਗ ਉਤੇ, ਗੁਰੂ ਦੇ ਦਰਸਾਏ ਰਸਤੇ ਉਤੇ ਚੱਲਣ ਦਾ ਯਤਨ ਕਰ। ਸਿਮਰ ਸੁਆਮੀ ਅੰਤਰਜਾਮੀ, ਮਨੁੱਖ ਦੇ ਕਾ ਇਹ ਊਤਮ ਫਲ। ਮਿਲਿਆ ਹੋਇਆ ਇਹ ਮਨੁੱਖਾ ਜੀਵਨ, ਮਿਲੀ ਹੋਈ ਇਹ ਮਨੁੱਖ ਦੇ, ਇਸ ਮਨੁੱਖਾ ਦੇਹੀ ਦਾ ਇਹ ਸਭ ਤੋਂ ਉਤਮ ਫਲ ਹੈ, ਇਹ ਸਭ ਤੋਂ ਉਤਮ ਕਰਮ ਹੈ। ਸਿਮਰ ਸੁਆਮੀ ਅੰਤਰਜਾਮੀ, ਕੇ ਉਸ ਅੰਤਰਜਾਮੀ ਪ੍ਰਮਾਤਮਾ ਨੂੰ, ਅੰਤਰਜਾਮੀ ਸਿਰਜਣਹਾਰ ਮਾਲਕ ਨੂੰ ਸਿਮਰਨ ਦਾ ਯਤਨ ਕਰ, ਚੇਤੇ ਕਰਨ ਦਾ ਯਤਨ ਕਰ। ਉਤਮ ਕਰਮ ਹੈ ਇਸ ਦੇਹੀ ਦਾ। ਵੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਅਖੀਰਲੀ ਇਸ ਪੰਕਤੀ ਦੇ ਵਿੱਚ ਪਾਤਸ਼ਾਹ ਨੇ ਬਚਨ ਕਹੇ ਕਿ ਗੁਰੂ ਦੇ ਮਾਰਗ ਦੇ ਉੱਤੇ ਤੇ ਤਾਂ ਹੀ ਚੱਲੇਗਾ ਜੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਟਿਕਾਉਣ ਦਾ ਯਤਨ ਕਰੇ। ਅਨੇਕਾਂ ਤਰ੍ਹਾਂ ਦੇ ਨਾਲ ਵੇਦ ਬਖਿਆਨ ਕਰਤ ਸਾਧੂ ਜਨ, ਪਰਮਾਤਮਾ ਦੇ ਪਿਆਰੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਆਪੋ ਆਪਣੇ ਢੰਗ ਦੇ ਨਾਲ ਸਮਝਾਉਣ ਦਾ ਯਤਨ ਕਰਦੇ ਨੇ, ਵੇਦਾਂ ਦਾ ਵਿਖਿਆਨ ਕਰਦੇ ਨੇ, ਧਰਮ ਦੀ ਸਿੱਖਿਆ ਦਿੰਦੇ ਨੇ। ਵੇਦ ਵਿਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਕਹਿੰਦੇ ਪਰ ਭਾਗਾਂ ਤੋਂ ਸਖਣਾ ਇਹ ਮਨੁੱਖ ਦਿੱਤੀ ਹੋਈ ਇਸ ਸਿੱਖਿਆ ਨੂੰ, ਦਿੱਤੇ ਹੋਏ ਇਸ ਉਪਦੇਸ਼ ਨੂੰ ਸਮਝਣ ਦਾ ਯਤਨ ਹੀ ਨਹੀਂ ਕਰਦਾ, ਵਾਂਝਾ ਰਹਿ ਜਾਂਦਾ ਹੈ। ਆਪਣੀ ਸਿਆਣਪ, ਆਪਣੀ ਚਤੁਰਾਈ ਨੂੰ ਕੇਵਲ ਅੱਗੇ ਰੱਖਿਆ, ਪਰ ਹਰ ਰੋਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਚੇਤੇ ਕਰਾਏ। ਹਰ ਰੋਜ਼ ਆਖਿਆ, ਅੰਮ੍ਰਿਤ ਵੇਲੇ ਹੀ ਇਹ ਸਿੱਖਿਆ ਆਪਣੇ ਪੱਲੇ ਬੰਨ ਲਵੀਂ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਭਾਵੇਂ ਲੱਖਾਂ ਹੀ ਸਿਆਣਪਾਂ ਹੋਣ, ਚਤੁਰਾਈਆਂ ਹੋਵਣ, ਆਪਣੇ ਆਪ ਨੂੰ ਸਭ ਤੋਂ ਸਿਆਣਾ ਗਿਣਦਾ ਹੋਵੇਗਾ, ਪਰ ਇੱਕ ਨਾ ਚੱਲੇ ਨਾਲ। ਇਹਨਾਂ ਦੇ ਵਿੱਚੋਂ ਇੱਕ ਵੀ ਸਿਆਣਪ ਨਾਲ ਚੱਲਣ ਵਾਲੀ ਨਹੀਂ। ਜੇਕਰ ਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਹੈ, ਜੇ ਪ੍ਰਮਾਤਮਾ ਨੂੰ ਪ੍ਰਵਾਨ ਹੋਣਾ ਹੈ, ਤੇ ਇਹਨਾਂ ਸਿਆਣਪਾਂ ਚਤੁਰਾਈਆਂ ਨੂੰ ਪਾਸੇ ਰੱਖ ਕੇ ਕੇਵਲ ਆਪਣੇ ਗੁਰੂ ਦੇ ਵਿੱਚ ਸ਼ਰਧਾ ਰੱਖੀ, ਆਪਣੇ ਗੁਰੂ ਤੇ ਭਰੋਸਾ ਰੱਖੀ। ਇਹ ਸਾਰਿਆਂ ਦੇ ਵਿਸਾਹ ਜਿਹੜਾ ਹੈ, ਇਹ ਸਾਰਿਆਂ ਦਾ ਭਰੋਸਾ ਜਿਹੜਾ ਹੈ, ਕੇਵਲ ਤੇ ਕੇਵਲ ਗੁਰੂ ਦੇ ਉੱਤੇ, ਪ੍ਰਮਾਤਮਾ ਦੇ ਉੱਤੇ ਹੈ। ਉਹਨਾਂ ਪ੍ਰਮਾਤਮਾ ਦੇ ਪਿਆਰਿਆਂ ਦੇ ਵਾਂਗੂ ਭਰੋਸਾ, ਉਹਨਾਂ ਪਿਆਰਿਆਂ ਦੇ ਵਾਂਗੂ ਸ਼ਰਧਾ ਆਪਣੇ ਜੀਵਨ ਦੇ ਵਿੱਚ ਮਨ ਅੰਦਰ ਪੈਦਾ ਕਰਕੇ ਗੁਰੂ ਨੂੰ ਪ੍ਰਵਾਨ ਹੋਇਆ ਜਾ ਸਕਦਾ ਹੈ। ਵੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਭਾਗਾਂ ਤੋਂ ਸਖਣਾ ਮਨੁੱਖ ਸਮਝਣ ਦਾ ਯਤਨ ਹੀ ਨਹੀਂ ਕਰਦਾ। ਪ੍ਰੇਮ ਭਗਤ ਰਾਜੇ ਜਨ ਨਾਨਕ, ਹਰ ਸਿਮਰਨ ਦਹਿਣ ਭਏ ਮਲ। ਪਾਤਸ਼ਾਹ ਆਖਦੇ ਜਿਹੜਾ ਮਨੁੱਖ ਫਿਰ ਪ੍ਰੇਮ ਭਗਤੀ ਦੇ ਵਿੱਚ, ਪਰਮਾਤਮਾ ਦੇ ਭਾਵ ਭਾਵਨੀ ਦੇ ਵਿੱਚ ਰੰਗਿਆ ਜਾਏ, ਇਹਦੇ ਵਿੱਚ ਰਚ ਜਾਏ, ਹਰ ਸਿਮਰਨ ਦਹਿਣ ਭਏ ਮਲ। ਆਖਿਆ ਉਸ ਪਰਮਾਤਮਾ ਦੇ ਸਿਮਰਨ ਦੇ ਨਾਲ, ਉਸ ਪਰਮਾਤਮਾ ਦਾ ਜਸ ਗਾਉਣ ਦੇ ਨਾਲ ਜਿਹੜਾ ਵਿਕਾਰਾਂ ਦਾ ਮਲ ਹੈ, ਪਹਿਲਵਾਨ ਹੈ, ਜਿਹੜਾ ਜੀਵਨ ਨੂੰ ਕੁਰਾਏ ਪਾਉਣ ਵਾਲਾ,
ਕੁਸੰਗਤ ਦਾ ਮਲ ਹੈ ਜਿਹੜਾ ਬਾਰੇ ਖਿਆਲਾਂ ਦਾ, ਬੁਰੇ ਵਿਚਾਰਾਂ ਦਾ ਮਲ ਹੈ ਪਹਿਲਵਾਨ ਹੈ। ਦਹਿਣ ਪਏ ਮਲ ਉਹਦਾ ਦਹਿਣ ਹੋਵੇਗਾ, ਉਹ ਪਹਿਲਵਾਨ ਢਹਿ ਜਾਏਗਾ। ਉਹ ਮਲ ਜਿਹੜਾ ਹੈ ਢਹਿ ਜਾਏਗਾ। ਮਨ ਦੀ ਜਿੱਤ ਹੋਵੇਗੀ। ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ, ਆਪਣੇ ਮਨ ਦੇ ਉੱਤੇ ਕਾਬੂ ਪਾ ਲੈਣ ਵਾਲਾ ਹੀ ਗੁਰੂ ਨੂੰ ਪ੍ਰਵਾਨ ਹੋਵੇਗਾ। ਪਰ ਜਿਹੜਾ ਛਲਾਵੇ ਦੇ ਵਿੱਚ ਆ ਜਾਏ, ਜਿਹੜਾ ਇਸ ਪੈਂਦੀ ਹੋਈ ਪਦਾਰਥਾਂ ਦੀ ਖਿੱਚ ਦੇ ਨਾਲ ਹੀ ਪ੍ਰਭਾਵਿਤ ਹੋ ਜਾਏ, ਮਾਈ ਮਾਇਆ ਛਾਲ ਉਹਨੂੰ ਸਮਝਾਇਆ ਕਿ ਇਹ ਛਲਾਵਾ, ਇਹ ਪੈਂਦੀ ਹੋਈ ਖਿੱਚ ਬਹੁਤਾ ਚਿਰ ਆਨੰਦ ਨਹੀਂ ਦੇ ਸਕਦੀ, ਸੁੱਖ ਨਹੀਂ ਦੇ ਸਕਦੀ। ਜਿਵੇਂ ਤਿਰਨ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਟੋਡੀ ਰਾਗ ਦੇ ਅੰਦਰ ਪਾਵਨ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਸਾਹਿਬ ਕਿਰਪਾ ਕਰਨ, ਪਾਵਨ ਬਾਣੀ ਦੇ ਮੁਬਾਰਕ ਬੋਲ ਮਨ ਹਿਰਦਿਆਂ ਦਾ ਸ਼ਿੰਗਾਰ ਬਣ ਜਾਣ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਮੱਸਿਆ ਦਾ ਦਿਹਾੜਾ ਅਤੇ ਦੀਵਾਲੀ ਵਾਲੇ ਦਿਨ ਸਿੱਖਾਂ ਦੇ ਨਾਲ ਸੰਬੰਧਿਤ ਛੇਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾ ਹੋਣ ਦਾ ਬੰਦੀ ਛੋੜ ਦਿਵਸ ਹੈ। ਸਮੁੱਚੇ ਹੀ ਦੇਸ਼ ਦੇ ਅੰਦਰ, ਸੰਸਾਰ ਦੇ ਅੰਦਰ ਇਹ ਦੀਵਾਲੀ ਵਾਲਾ ਦਿਨ ਸਮੁੱਚੇ ਹੀ ਧਰਮ ਕੌਮਾਂ ਆਪੋ ਆਪਣੇ ਢੰਗ ਤਰੀਕਿਆਂ ਦੇ ਨਾਲ ਮਨਾਉਂਦੀਆਂ ਹਨ। ਸਮੁੱਚੇ ਹੀ ਦੇਸ਼ ਦਾ ਇਹ ਸਾਂਝਾ ਤਿਉਹਾਰ ਆਪੋ ਆਪਣੇ ਤਰੀਕਿਆਂ ਦੇ ਨਾਲ ਮਨਾਇਆ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਇਹ ਰਹਿਮਤ ਕੀਤੀ, ਜਿਨ੍ਹਾਂ ਨੇ ਇਹ ਕਿਰਪਾ ਕੀਤੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਭਾਵਨਾ ਸੀ ਜਿਨ੍ਹਾਂ ਦੀ ਕਿ ਇਸ ਬਾਲਕ, ਜਿਸ ਨੂੰ ਕਿ 11 ਸਾਲ ਦੀ ਉਮਰ ਦੇ ਵਿੱਚ ਕੇਵਲ ਗੁਰਿਆਈ ਮਿਲੀ, 1595 ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ। 1606 ਦੇ ਵਿੱਚ ਇਹ ਗੁਰਿਆਈ ਦੀ ਦਾਤ ਮਿਲੀ ਕਿ 11 ਸਾਲ ਦੀ ਉਮਰ ਦੇ ਵਿੱਚ ਜਿਹੜਾ ਗੁਰਿਆਈ ਦੇ ਮਾਣਦਾ ਹੈ, ਇਸ ਤਖਤ ਨੂੰ ਮਾਣਦਾ ਹੈ। ਗੁਰੂ ਅਰਜਨ ਦੇਵ ਜੀ ਦੇ ਰਹਿੰਦਿਆਂ ਜਿਸ ਆਵਾਜ਼ ਸੱਚ ਦੀ ਨੂੰ ਦਬਾਇਆ ਨਹੀਂ ਜਾ ਸਕਿਆ, ਇਸ ਬਾਲਕ ਦੇ ਅੱਗੇ ਹੁਣ ਸਾਡਾ ਜ਼ੋਰ ਚੱਲ ਜਾਏਗਾ। ਇਸ ਬਾਲਕ ਦੇ ਅੱਗੇ ਸਾਡੀ ਹਕੂਮਤ ਦਾ ਜ਼ੋਰ ਚੱਲ ਜਾਏਗਾ। ਪਰ ਕੀ ਜਾਣਦੇ ਸਨ ਕਿ ਜਿਸ ਆਵਾਜ਼ ਨੂੰ ਦਬਾਉਣ ਦੀ ਖਾਤਰ ਛੋਟੀ ਉਮਰ ਜਾਣ ਕੇ, ਬਾਲਕ ਜਾਣ ਕੇ ਦਬਾਉਣ ਦਾ ਯਤਨ ਕਰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਸ਼ਹਾਦੇ ਸਮੇਂ ਹੀ ਕਹਿੰਦੇ ਸਨ ਕਿ ਮੇਰੇ ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚੱਲਣ ਵਾਲੀ ਇਹ ਬੁਰਾਈ ਦੀ ਟਾਕਰੇ ਦੇ ਵਿੱਚ ਤਲਵਾਰ ਨੂੰ ਕੌਣ ਰੋਕ ਸਕਦਾ ਹੈ। ਤੇ ਫਿਰ ਜਿੱਥੇ ਅੱਜ ਤੋਂ ਪਹਿਲਾਂ ਇਹ ਸੇਲੀ ਟੋਪੀ ਦਿੱਤੀ ਜਾਂਦੀ ਗੁਰਿਆਈ ਦੇ ਸਮੇਂ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਕਿ ਇਸ ਨੂੰ ਤੋਸ਼ੇ ਖਾਨੇ ਦੇ ਵਿੱਚ ਰੱਖ ਦਿੱਤਾ ਜਾਏ, ਤਲਵਾਰਾਂ ਪਹਿਨੀਆਂ ਜਾਣ। 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। 2 ਤਲਵਾਰਾਂ ਪਹਿਨੀਆਂ ਕਿ ਜਿੱਥੇ ਅੱਜ ਤੋਂ ਪਹਿਲਾਂ ਕੇਵਲ ਤੇ ਕੇਵਲ ਪੀਰੀ ਦੇ ਸਿਧਾਂਤ ਦੇ ਉੱਤੇ ਚੱਲਦੇ ਸਨ, ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਚੱਲਦੇ ਸਨ, ਪਰ ਹਕੂਮਤ ਆਪਣੇ ਜ਼ੋਰ ਦੇ ਨਾਲ ਦਬਾਉਣ ਦਾ ਯਤਨ ਕਰਦੀ ਹੈ। ਨਾਲ ਦੀ ਨਾਲ ਫਿਰ ਮੀਰੀ ਵੀ ਹੋਵੇ, ਰਾਜਸੀ ਤਾਕਤ ਵੀ ਹੋਵੇ, ਰਾਜਨੀਤੀ ਵੀ ਹੋਵੇ। ਤੇ ਜਿੱਥੇ ਹੁਕਮ ਸੀ ਦਿੱਲੀ ਤਖਤ ਦਾ ਕਿ ਇਸ ਦਿੱਲੀ ਦੇ ਕਿਲੇ 10 ਫੁੱਟ ਜਿਸ ਦੀ ਉਚਾਈ ਹੈ, ਇਹਦੇ ਤੋਂ ਉੱਚਾ ਕਿਸੇ ਦਾ ਤਖਤ ਨਾ ਹੋਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਅਕਾਲ ਬੁੰਗੇ ਦੀ ਸਿਰਜਣਾ ਕੀਤੀ। 12 ਫੁੱਟ ਉੱਚਾ ਇਹ ਤਖਤ ਬਣਾਇਆ। ਸ੍ਰੀ ਅਕਾਲ ਤਖਤ ਸਾਹਿਬ ਨਾਮ ਰੱਖਿਆ ਕਿ ਇਹ ਕਿਸੇ ਬੰਦੇ ਦਾ ਤਖਤ ਨਹੀਂ। ਬੰਦੇ ਆਉਂਦੇ ਜਾਂਦੇ ਰਹਿੰਦੇ ਨੇ, ਅਨੇਕਾਂ ਰਾਜੇ ਆਏ, ਅਨੇਕਾਂ ਬਾਦਸ਼ਾਹ ਸੰਸਾਰ ਦੇ ਉੱਤੇ ਆਏ, ਪਰ ਆਪੋ ਆਪਣੇ ਸਮੇਂ ਦੇ ਵਿੱਚ ਇਸ ਦੁਨੀਆ ਦੇ ਉੱਤੇ ਰਾਜ ਕਰਕੇ ਚਲੇ ਗਏ। ਪਰ ਇਹ ਕਾਲ ਦੇ ਅਧੀਨ ਰਹਿਣ ਵਾਲਾ ਨਹੀਂ, ਇਹ ਸਮੇਂ ਦੇ ਅਧੀਨ ਰਹਿਣ ਵਾਲਾ ਨਹੀਂ। ਇਹ ਅਕਾਲ ਦਾ ਤਖਤ ਹੈ, ਕਾਲ ਤੋਂ ਰਹਿਤ ਹੈ, ਜੁਗੋ ਜੁਗ ਅਟਲ ਰਹਿਣ ਵਾਲਾ ਹੈ।
12 ਫੁੱਟ ਉੱਚੇ ਇਸ ਤਖਤ ਦੀ ਸਾਜਨਾ ਕੀਤੀ ਕਿ ਦਿੱਲੀ ਦੇ ਇਸ ਤਖਤ ਤੋਂ ਉੱਚਾ ਤਖਤ ਹੋਵੇਗਾ। ਫਿਰ ਅੱਜ ਤੋਂ ਪਹਿਲਾਂ ਜਿੱਥੇ ਵਾਰਾਂ ਵੀ ਗਾਈਆਂ ਜਾਂਦੀਆਂ ਸਨ ਤੇ ਕੇਵਲ ਕੀਰਤਨ ਦੇ ਨਾਲ ਗਾਈਆਂ ਜਾਂਦੀਆਂ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਢਾਡੀ ਕਲਾ ਆਰੰਭ ਕੀਤੀ। ਇਸ ਢਾਡੀ ਕਲਾ ਦੇ ਨਾਲ ਵਾਰਾਂ ਗਾਈਆਂ ਜਾਣ ਲੱਗੀਆਂ, ਜੋਸ਼ ਭਰਿਆ ਜਾਣ ਲੱਗਾ। ਯੋਧਿਆਂ ਦੀਆਂ ਵਾਰਾਂ ਗਾਉਣੀਆਂ, ਗੁਰਬਾਣੀ ਦਾ ਇਤਿਹਾਸ ਸਰਵਣ ਕਰਾਉਣਾ, ਇਹਨਾਂ ਗਾਈਆਂ ਜਾਣ ਵਾਲੀਆਂ ਵਾਰਾਂ ਦੇ ਨਾਲ ਜੋਸ਼ ਭਰਿਆ ਜਾਣਾ। ਤੇ ਫਿਰ ਨਾਲ ਦੀ ਨਾਲ ਪਾਤਸ਼ਾਹ ਨੇ ਘੋੜੇ ਲਿਆਉਣ ਵਾਸਤੇ, ਜੰਗ ਦਾ ਅਭਿਆਸ ਕਰਨ ਵਾਸਤੇ, ਸ਼ਸਤਰਾਂ ਦਾ ਅਭਿਆਸ ਕਰਨ ਵਾਸਤੇ ਹੁਕਮ ਕੀਤੇ। ਤੇ ਫਿਰ ਜਿਹੜੇ ਤੇ ਕਹਿੰਦੇ ਸਨ ਇਹ ਬਾਲਕ ਹੈ ਡਰ ਜਾਏਗਾ, ਇਸ ਆਵਾਜ਼ ਨੂੰ ਦਬਾਉਣਾ ਸੌਖਾ ਹੋਵੇਗਾ। ਜਦੋਂ ਇਹ ਕਾਰਜ ਆਰੰਭ ਹੁੰਦੇ ਵੇਖੇ, ਹੋਰ ਮਨ ਦੇ ਵਿੱਚ ਜਿਹੜਾ ਹੈ ਉਹ ਰੋਹ ਜਿਹੜਾ ਹੈ ਭੜਕਿਆ ਹੈ। ਫਿਰ ਚੰਦੂ ਵਰਗਿਆਂ ਨੇ ਇਸ ਜਹਾਂਗੀਰ ਬਾਦਸ਼ਾਹ ਦੇ ਕੰਨ ਭਰੇ ਕਿ ਇਸ ਆਵਾਜ਼ ਨੂੰ ਕਿਵੇਂ ਦਬਾਇਆ ਜਾ ਸਕੇਗਾ। ਉੱਠਦੀ ਹੋਈ ਇਹ ਆਵਾਜ਼ ਸੱਚ ਦੀ ਜਿਹੜੀ ਹੈ, ਅਨੇਕਾਂ ਤਰੀਕਿਆਂ ਦੇ ਨਾਲ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੀ ਹੈ, ਆਪਣੇ ਗਲ ਦੇ ਨਾਲ ਲਾਉਂਦੀ ਹੈ। ਇਸ ਵੰਡੇ ਜਾਂਦੇ ਪ੍ਰੇਮ ਦੇ ਨਾਲ ਅਨੇਕਾਂ ਹੀ ਲੋਕ ਜਿਹੜੇ ਨੇ ਉਹ ਸਿੱਖੀ ਦੇ ਵਿੱਚ ਸ਼ਾਮਲ ਹੁੰਦੇ ਨੇ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਪੈਂਦੇ ਨੇ। ਸਿੱਖੀ ਦੇ ਨਾਲ, ਗੁਰੂ ਨਾਨਕ ਦੇ ਘਰ ਦੇ ਨਾਲ ਇਹ ਲੋਕ ਜੁੜਦੇ ਜਾਂਦੇ ਨੇ। ਇਸ ਜਹਾਂਗੀਰ ਬਾਦਸ਼ਾਹ ਨੇ ਕੈਦ ਕਰਨਾ ਚਾਹਿਆ ਕਿ ਸਤਿਗੁਰੂ ਨੂੰ ਕੈਦ ਕੀਤਾ ਜਾਏ, ਇਸ ਆਵਾਜ਼ ਨੂੰ ਦਬਾਇਆ ਜਾਏ। ਕਿੱਥੇ ਰੱਖਿਆ ਜਾਏ? ਗਵਾਲੀਅਰ ਦੇ ਕਿਲੇ ਦੇ ਵਿੱਚ ਰੱਖਿਆ ਜਾਏ। ਉਸ ਗਵਾਲੀਅਰ ਦੇ ਕਿਲੇ ਦੇ ਵਿੱਚ ਜਿੱਥੇ ਹਕੂਮਤ ਦੇ ਬਾਗੀ ਡੱਕੇ ਜਾਂਦੇ ਸਨ, ਜਿੱਥੇ ਵਿਦਰੋਹ ਕਰਨ ਵਾਲੇ ਡੱਕੇ ਜਾਂਦੇ ਸਨ, ਇਸ ਰਾਜਿਆਂ ਦੇ ਨਾਲ ਜਿਹੜੇ ਕਿਲੇ ਦੇ ਵਿੱਚ ਰਹਿਣ ਵਾਲੇ ਨੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਇਸ ਕਿਲੇ ਦੇ ਵਿੱਚ ਡੱਕਿਆ ਗਿਆ। ਫਿਰ ਅੱਜ ਤੋਂ ਪਹਿਲਾਂ ਜਿੱਥੇ ਉੱਥੇ ਕੇਵਲ ਤੇ ਕੇਵਲ ਮੌਤ ਦੀਆਂ ਆਵਾਜ਼ਾਂ ਸੁਣਦੀਆਂ ਸਨ, ਇਤਿਹਾਸ ਸੀ ਕਿ ਇਸ ਗਵਾਲੀਅਰ ਦੇ ਕਿਲੇ ਦੇ ਅੰਦਰ ਆਪਣੇ ਚਰਨਾਂ ਦੇ ਨਾਲ, ਆਪਣੇ ਪੈਰਾਂ ਦੇ ਨਾਲ, ਆਪਣੇ ਭਾਰ ਤੁਰ ਕੇ ਮਨੁੱਖ ਜਾਂਦੇ ਤੇ ਸੁਣੇ ਸਨ। ਕੈਦੀ ਆਪ ਚੱਲ ਕੇ ਜਾਂਦੇ ਸਨ, ਪਰ ਜਦੋਂ ਬਾਹਰ ਆਉਣੇ ਤੇ ਕੋਈ ਆਪਣੇ ਪੈਰਾਂ ਤੇ ਚੱਲ ਕੇ ਨਹੀਂ ਆਇਆ। ਜਦੋਂ ਮੌਤ ਹੋ ਜਾਣੀ ਤੇ ਫਿਰ ਹੀ ਬਾਹਰ ਕੱਢੇ ਜਾਂਦੇ ਸਨ। ਖਾਣੇ ਦੇ ਵਿੱਚ ਜ਼ਹਿਰ ਦੇਣਾ, ਸਵੇਰੇ ਜਦੋਂ ਨਾਸ਼ਤਾ ਦੇਣਾ ਉਹਦੇ ਵਿੱਚ ਪੋਸਤ ਮਿਲਾ ਕੇ ਦੇਣਾ ਕਿ ਇਹਨਾਂ ਦੇ ਦਿਮਾਗ ਜਿਹੜੇ ਸਨ ਉਹ ਸੋਚਣ ਸ਼ਕਤੀ ਜਿਹੜੀ ਹੈ ਸੁੰਨ ਹੋ ਜਾਏ, ਸੋਚ ਵਿਚਾਰ ਨਾ ਕਰ ਸਕਣ, ਇਹ ਸੁਸਤੀ ਦੇ ਵਿੱਚ ਪਏ ਰਹਿਣ। ਇਸੇ ਤਰ੍ਹਾਂ ਹੀ ਹੌਲੀ ਹੌਲੀ ਖਾਣੇ ਦੇ ਵਿੱਚ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ, ਗੁਰਬਾਣੀ ਦੇ ਕੀਰਤਨ ਉੱਥੇ ਵੀ ਕਰਨੇ, ਪਰਮਾਤਮਾ ਦੀ ਸਿਫਤ ਸਲਾਹ ਉੱਥੇ ਵੀ ਕਰਨੀ, ਆਨੰਦ ਵਰਸਣ ਲੱਗਾ। ਤੇ ਇਸ ਜਿਹੜੇ ਗਵਾਲੀਅਰ ਦੇ ਕਿਲੇ ਦਾ ਦਰੋਗਾ ਹਰਦਾਸ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਕਹਿਣ ਲੱਗਾ, ਸਤਿਗੁਰੂ ਜੀ ਇੱਕ ਕੰਮ ਕਰਨਾ, ਇਸ ਕਿਲੇ ਦੇ ਵਿੱਚ ਦਿੱਤੀ ਜਾਣ ਵਾਲੀ ਇਹ ਪੋਸ਼ਾਕ, ਇਸ ਪੋਸ਼ਾਕ ਨੂੰ ਵੀ ਜ਼ਹਿਰ ਦੀ ਪੁੱਠ ਚੜੀ ਹੈ, ਇਹ ਪੋਸ਼ਾਕ ਨਹੀਂ ਪਹਿਨਣੀ। ਆਪ ਸਤਿਗੁਰੂ ਨੂੰ ਚੋਲਾ ਸਵਾ ਕੇ ਦਿੰਦਾ ਹੈ ਤੇ ਨਾ ਹੀ ਇਥੋਂ ਦਾ ਭੋਜਨ ਛਕਣਾ ਹੈ। ਸਿੱਖਾਂ ਦੀ ਕਿਰਤ ਕਮਾਈ ਦੇ ਵਿੱਚੋਂ ਭੋਜਨ ਤਿਆਰ ਹੋ ਕੇ ਸਤਿਗੁਰੂ ਜੀ ਵਾਸਤੇ ਆਉਣਾ। ਤੇ ਇਸ ਤਰੀਕੇ ਦੇ ਨਾਲ ਲਗਭਗ 14 ਮਹੀਨੇ ਸਤਿਗੁਰੂ ਜੀ ਨੇ ਇਸ ਗਵਾਲੀਅਰ ਦੇ ਕਿਲੇ ਦੇ ਵਿੱਚ ਬਤੀਤ ਕੀਤੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿੱਖਾਂ ਨੇ ਜਾਣਾ। ਸ਼ਬਦ ਚੌਂਕੀ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੀ ਵਾਰ ਆਰੰਭ ਕੀਤੀ। 108-9 ਸਾਲ ਦੀ ਉਮਰ ਹੈ ਬਾਬਾ ਬੁੱਢਾ ਸਾਹਿਬ ਜੀ ਦੀ। ਜਦੋਂ ਸੰਗਤ ਨਾਲ ਲੈ ਕੇ ਜਾਣਾ, ਸ਼ਬਦ ਚੌਂਕੀ ਲੈ ਕੇ ਜਾਣੀ ਕਿ ਆਪ ਮਸ਼ਾਲ ਹੱਥ ਦੇ ਵਿੱਚ ਫੜਨੀ। ਸਿੱਖਾਂ ਨੇ ਗੁਰਬਾਣੀ ਦੇ ਸ਼ਬਦ ਗਾਉਂਦਿਆਂ ਜਾਣਾ। ਉਸ ਸਮੇਂ ਦੀ ਆਰੰਭ ਕੀਤੀ ਹੋਈ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਚੌਂਕੀ, ਸ਼ਬਦ ਗਾਉਣ ਦੀ ਮਰਿਆਦਾ ਅੱਜ ਵੀ ਕਈ ਥਾਈਂ ਸੰਗਤਾਂ ਨਿਭਾਉਂਦੀਆਂ ਹਨ। ਜਿਵੇਂ ਇੱਥੇ ਵੀ ਆਪ ਜੀ ਦੇ ਨਗਰ ਦੇ ਵਿੱਚ ਚੌਂਕੀ ਸਾਹਿਬ ਹਰ ਸਾਲ ਪਹੁੰਚਦੀ ਹੈ। ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪਰਿਕਰਮਾ ਕਰਨੀਆਂ ਤੇ ਇੰਨੀ ਮਹਾਨਤਾ ਦਿੱਤੀ ਪਾਤਸ਼ਾਹ ਨੇ ਇਸ ਚੌਂਕੀ ਨੂੰ ਕਿ ਜਦੋਂ ਪਰਿਕਰਮਾ ਕਰਦਿਆਂ ਇਹ ਚੌਂਕੀ ਦਰਸ਼ਨੀ ਡਿਉੜੀ ਦੇ ਸਾਹਮਣੇ ਆਵੇ, ਇੱਕ ਸਮੇਂ ਵਾਸਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਵੀ ਰੁਕ ਜਾਂਦਾ ਹੈ। ਮਹਾਨਤਾ ਦਿੱਤੀ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣ ਦਾ ਜਿਹੜਾ ਹੈ ਪਾਤਸ਼ਾਹ ਨੇ ਵਰ ਦੇ ਕੇ ਨਵਾਜਿਆ
ਕਿ ਇਹ ਜਿਹੜੀਆਂ ਚੌਂਕੀਆਂ ਨੇ, ਇਹ ਜਿਹੜੇ ਝੰਡੇ ਬੁੰਗੇ ਹਨ, ਇਹ ਜੁਗੋ ਜੁਗ ਅਟਲ ਰਹਿਣ। ਗੁਰਬਾਣੀ ਦੇ ਸ਼ਬਦ ਪੜ੍ਹਦੇ ਜਾਣਾ, ਕਿਲੇ ਦੀ ਪਰਿਕਰਮਾ ਕਰਨੀ, ਨਮਸਕਾਰ ਕਰਕੇ ਮੁੜ ਆਉਣਾ। ਸਿੱਖਾਂ ਦਾ ਵਿਦਰੋਹ ਹੋਣ ਲੱਗਾ। ਸਾਈਂ ਮੀਆਂ ਮੀਰ ਉਹਨਾਂ ਦੇ ਜੀਵਨ ਤੋਂ ਵੀ ਪ੍ਰਭਾਵਿਤ ਹੈ ਜਹਾਂਗੀਰ। ਜਹਾਂਗੀਰ ਨੇ ਨੂਰ ਜਹਾਂ ਦੇ ਨਾਲ ਸ਼ਾਦੀ ਕਰਾਈ। ਵਿਆਹੀ ਹੋਈ ਇਸ ਨੂਰ ਜਹਾਂ ਨੂੰ ਪਸੰਦ ਕਰਦਾ ਜਹਾਂਗੀਰ ਜਿਸ ਦੇ ਨਾਲ ਵਿਆਹੀ ਹੈ, ਉਸ ਦਾ ਕਤਲ ਕਰਵਾ ਕੇ ਉਹਦੇ ਪਤੀ ਦਾ ਧੱਕੇ ਦੇ ਨਾਲ ਆਪਣੇ ਨਾਲ ਵਿਆਹ ਕਰਾਇਆ। ਇਸ ਨੂਰ ਜਹਾਂ ਤੋਂ ਪ੍ਰਭਾਵਿਤ ਹੈ ਜਹਾਂਗੀਰ ਅਤੇ ਸਾਈਂ ਮੀਆਂ ਮੀਰ ਤੋਂ ਪ੍ਰਭਾਵਿਤ ਹੈ ਨੂਰ ਜਹਾਂ। ਗੱਲ ਕਹਿਣ ਲੱਗੇ ਸਾਈਂ ਮੀਆਂ ਮੀਰ ਕਿ ਇਸ ਅੱਲਾ ਦੀ ਆਵਾਜ਼ ਨੂੰ, ਅੱਲਾ ਦੇ ਰੂਪ ਨੂੰ, ਪਰਮਾਤਮਾ ਦੇ ਰੂਪ ਨੂੰ ਕੈਦ ਕਰਨਾ ਠੀਕ ਨਹੀਂ, ਇਹਦੇ ਵਾਸਤੇ ਚੰਗਾ ਨਹੀਂ ਹੋਵੇਗਾ। ਨੂਰ ਜਹਾਂ ਨੂੰ ਗੱਲ ਕਹੀ। ਨੂਰ ਜਹਾਂ ਨੇ ਇਸ ਜਹਾਂਗੀਰ ਦੇ ਕੰਨਾਂ ਦੇ ਵਿੱਚ ਖਬਰ ਪਾਈ ਕਿ ਇਹ ਅੱਲਾ ਦਾ ਰੂਪ ਹੈ, ਪਰਮਾਤਮਾ ਆਪ ਹੈ ਤੇ ਪਰਮਾਤਮਾ ਨੂੰ ਕੈਦ ਕਰਨਾ ਜੀਵਨ ਦੇ ਵਾਸਤੇ ਚੰਗਾ ਸਾਬਤ ਨਹੀਂ ਹੋਵੇਗਾ, ਰਿਹਾ ਕਰ ਦਿੱਤਾ ਜਾਏ। ਜਹਾਂਗੀਰ ਰਿਹਾ ਕਰਨ ਵਾਸਤੇ ਤਿਆਰ ਹੋਇਆ ਕਿ ਮੈਂ ਰਿਹਾ ਕਰਨ ਦਾ ਆਦੇਸ਼ ਦਿੰਦਾ ਹਾਂ। ਰਿਹਾਈ ਦੀ ਖਬਰ ਸੁਣ ਕੇ ਹੋਰ ਜਿਹੜੇ ਇਹ ਨਾਲ ਰਾਜੇ ਕੈਦ ਕੱਟਣ ਵਾਲੇ ਸਨ, ਉਹਨਾਂ ਨੇ ਆਪਣੀਆਂ ਅੱਖਾਂ ਦੇ ਵਿੱਚ ਅਥਰੂ ਭਰੇ ਕਿ ਪਾਤਸ਼ਾਹ, ਤੁਹਾਡੇ ਆਉਣ ਤੋਂ ਪਹਿਲਾਂ ਜੀਵਨ ਜਿਹੜਾ ਹੈ ਅੰਤਾਂ ਦੇ ਨਰਕ ਦੇ ਵਿੱਚ ਬਤੀਤ ਹੁੰਦਾ ਸੀ, ਤੁਸੀਂ ਆਏ, ਜੀਵਨ ਦੇ ਵਿੱਚ ਇੱਕ ਨਵਾਂ ਚਾਅ, ਜੀਵਨ ਦੇ ਵਿੱਚ ਇੱਕ ਨਵਾਂ ਜਜ਼ਬਾ ਭਰਿਆ ਗਿਆ। ਤੁਸੀਂ ਚਲੇ ਜਾਓਗੇ ਤੇ ਸਾਡੀ ਬਾਂਹ ਫੜਨ ਵਾਲਾ ਫਿਰ ਇੱਥੇ ਕੌਣ ਬਚੇਗਾ? ਪਾਤਸ਼ਾਹ ਨੇ ਸ਼ਰਤ ਰੱਖੀ, ਮੈਂ ਇਕੱਲੇ ਨਹੀਂ ਜਾਣਾ। ਜੇ ਰਿਹਾ ਕਰਨਾ ਹੈ ਤੇ ਜਿੰਨੇ ਵੀ ਕੈਦੀ ਇਸ ਕਿਲੇ ਦੇ ਵਿੱਚ ਕੈਦ ਕੱਟਣ ਵਾਲੇ ਨੇ ਸਾਰੇ ਰਿਹਾ ਕੀਤੇ ਜਾਣ। ਦੁਬਾਰਾ ਆਦੇਸ਼ ਦਿੱਤਾ ਜਹਾਂਗੀਰ ਨੇ, ਜਿੰਨੇ ਕੁ ਕੈਦੀ, ਜਿੰਨੇ ਕੇ ਰਾਜੇ ਤੁਹਾਡੇ ਚੋਲੇ ਨੂੰ ਫੜ ਕੇ ਪੱਲੇ ਨੂੰ ਪਕੜ ਕੇ ਬਾਹਰ ਆ ਸਕਦੇ ਹੋਵਣ, ਉਹ ਰਿਹਾ ਕਰ ਦਿੱਤੇ ਜਾਣਗੇ। ਪਾਤਸ਼ਾਹ ਨੇ 52 ਕਲੀਆਂ ਵਾਲਾ ਇਹ ਚੋਲਾ ਸਵਾਇਆ। ਕੱਲੀ ਕਲੀ ਇਸ ਕਲੀ ਤਣੀ ਨੂੰ ਫੜ ਕੇ ਇਹ ਕੈਦੀ ਬਾਹਰ ਆਏ, ਰਿਹਾ ਕੀਤੇ। ਤੇ ਇਸ ਦਰੋਗੇ ਹਰਦਾਸ ਨੇ ਅੱਖਾਂ ਭਰੀਆਂ ਕਿ ਪਾਤਸ਼ਾਹ ਜਿਹੜੇ ਵੀ ਆਉਂਦੇ ਸਨ ਇਸ ਕਿਲੇ ਦੇ ਵਿੱਚ ਕਦੇ ਆਪਣੇ ਪੈਰਾਂ ਤੇ ਚੱਲ ਕੇ ਨਹੀਂ ਗਏ, ਤੁਸੀਂ ਆਏ, ਇਸ ਕਿਲੇ ਨੂੰ ਵੀ ਭਾਗ ਲੱਗੇ ਨੇ, ਇਸ ਕਿਲੇ ਦੇ ਵਿੱਚ ਵੀ ਆਨੰਦ ਬਣਿਆ ਤੇ ਅੱਜ ਪਹਿਲੀ ਵਾਰ ਆਪਣੇ ਪੈਰਾਂ ਦੇ ਨਾਲ ਕੋਈ ਤੁਰ ਕੇ ਬਾਹਰ ਜਾਂਦਾ ਇਸ ਕਿਲੇ ਤੋਂ ਵੇਖਿਆ। ਇਹਨਾਂ ਰਿਹਾ ਕੀਤੇ ਰਾਜਿਆਂ ਦੇ ਵਿੱਚ ਤੱਕ ਕੇ ਇਹ ਦਰੋਗਾ ਹਰਦਾਸ ਕਹਿਣ ਲੱਗਾ, ਪਾਤਸ਼ਾਹ ਜਿਨ੍ਹਾਂ ਨੂੰ ਰਿਹਾ ਕਰਵਾਇਆ ਤੁਸੀਂ, ਕੀ ਇਹ ਤੇਰੇ ਸਿੱਖ ਨੇ? ਪਾਤਸ਼ਾਹ ਕਹਿੰਦੇ ਨਹੀਂ, ਇਹ ਸਿੱਖ ਬਣ ਜਾਣਗੇ। ਪਾਤਸ਼ਾਹ ਕਹਿੰਦੇ ਨਹੀਂ, ਇਹਨਾਂ ਦੇ ਨਾਲ ਕੋਈ ਸੰਬੰਧ ਹੈ? ਕਹਿਣ ਲੱਗੇ ਨਹੀਂ। ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਦੀ ਸ਼ਰਨ ਆਏ, ਜਿਹੜਾ ਗੁਰੂ ਨਾਨਕ ਦੇ ਘਰ ਦੇ ਅੱਗੇ ਅਰਦਾਸ ਕਰੇ, ਚਰਨਾਂ ਦੇ ਵਿੱਚ ਅਰਦਾਸ ਕਰੇ, ਗੁਰੂ ਨਾਨਕ ਦਾ ਘਰ ਸ਼ਰਨ ਆਏ ਦੀ ਸਦਾ ਲਾਜ ਰੱਖਣ ਵਾਲਾ ਹੈ, ਅਰਦਾਸ ਕਰਨ ਵਾਲੇ ਦੀ ਰਾਜ ਰੱਖਣ ਵਾਲਾ ਹੈ। ਭਾਵੇਂ ਉਹ ਕਿਸੇ ਵੀ ਫਿਰਕੇ ਧਰਮ ਦੇ ਨਾਲ ਸੰਬੰਧਿਤ ਹੋਵੇ, ਭਾਵੇਂ ਉਹ ਸਿੱਖ ਬਣੇ ਜਾਂ ਨਾ, ਪਰ ਸ਼ਰਨ ਆਏ ਦੀ ਲਾਜ ਰੱਖਣਾ, ਪੈਜ ਰੱਖਣਾ, ਇਹ ਗੁਰੂ ਨਾਨਕ ਦੇ ਘਰ ਦਾ ਫਰਜ਼ ਹੈ। ਇਸੇ ਹੀ ਰਾਜਿਆਂ ਦੇ ਵਿੱਚ ਰਿਹਾ ਕੀਤਿਆਂ ਦੇ ਵਿੱਚ ਇੱਕ ਤਾਰਾ ਚੰਦ, ਇਸੇ ਤਾਰਾ ਚੰਦ ਦਾ ਪੁੱਤਰ ਦੀਪ ਚੰਦ, ਦੀਪ ਚੰਦ ਦਾ ਪੁੱਤਰ ਭੀਮ ਚੰਦ ਅਨੇਕਾਂ ਵਾਰ ਸਿੱਖੀ ਦੇ ਖਿਲਾਫ, ਗੁਰੂ ਦੇ ਖਿਲਾਫ ਇਸ ਨੇ ਯੁੱਧ ਲੜੇ। ਨਾਲ ਇਹਦਾ ਪੁੱਤਰ ਅਜਮੇਰ ਚੰਦ, ਦੋਵੇਂ ਗੁਰੂ ਦੇ ਖਿਲਾਫ ਲੜਦੇ ਰਹੇ ਤੇ ਜਦੋਂ ਤੇ ਸਾਹ ਸੌਖੇ ਹੋਣੇ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਖਿਲਾਫ ਹੋ ਜਾਣਾ। ਪਰ ਜਦੋਂ ਕੋਈ ਮੁਸ਼ਕਲ ਬਣਨੀ, ਭੀੜ ਬਣਨੀ ਤੇ ਫਿਰ ਗੁਰੂ ਸਾਹਿਬ ਦੀ ਸ਼ਰਨ ਆ ਕੇ ਅਰਦਾਸਾਂ ਕਰਨੀਆਂ, ਬੇਨਤੀਆਂ ਕਰਨੀਆਂ। ਇਸ ਦੀਪ ਚੰਦ ਦੇ ਦਾਦੇ ਨੂੰ, ਤਾਰਾ ਚੰਦ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਰਿਹਾ ਕਰਵਾਇਆ। ਪਰ ਕੀਤੇ ਹੋਏ ਪਰ ਪੁਕਾਰਾਂ ਦਾ ਮੁੱਲ ਮੋੜਨ ਦੀ ਥਾਂ ਉਲਟਾ ਵਾਰ ਸਗੋਂ ਜੰਗ ਕਰਕੇ ਕਰਦੇ ਹਨ ਕਿ ਤੁਸੀਂ ਸਾਨੂੰ ਰਿਹਾ ਕਰਾਇਆ, ਪਰ ਪੁਕਾਰ ਕੀਤੇ, ਪਰ ਇਹਨਾਂ ਪਰਉਪਕਾਰਾਂ ਦਾ ਕੋਈ ਮੁੱਲ ਨਹੀਂ, ਇਹਨਾਂ ਪਰਉਪਕਾਰਾਂ ਦਾ ਕੋਈ ਸ਼ੁਕਰਾਨਾ ਨਹੀਂ, ਸਗੋਂ ਜੰਗ ਦੇ ਮੈਦਾਨ ਦੇ ਵਿੱਚ ਆਪ ਮੂਹਰੇ ਹੋ ਕੇ ਉਲਟ ਵਾਰ ਕਰਦੇ ਹਨ, ਲੜਦੇ ਹਨ। ਸਤਿਗੁਰੂ ਜੀ ਰਿਹਾ ਹੋਏ ਤੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਤੋਂ ਪਹਿਲਾਂ ਆਗਰੇ ਦੀ ਧਰਤੀ ਤੇ ਜਿੱਥੇ ਰੁਕੇ, ਇਸ ਜਹਾਂਗੀਰ ਨੇ ਆਖਿਆ ਘਰ ਦੇ ਵਿੱਚ, ਮਹਿਲ ਦੇ ਵਿੱਚ ਚਰਨ ਪਾਓ। ਪਰ ਪਾਤਸ਼ਾਹ ਕਹਿੰਦੇ ਸਨ ਮਹਿਲ ਦੇ ਵਿੱਚ
ਨਹੀਂ ਜਾਣਾ। ਨਾਲ ਸੰਗਤ ਹੈ, ਨਾਲ ਸਿੱਖ ਨੇ, ਸਿੱਖਾਂ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। ਤੇ ਜਿੱਥੇ ਸਿੱਖ ਨਹੀਂ ਜਾ ਸਕਦੇ ਉੱਥੇ ਫਿਰ ਗੁਰੂ ਵੀ ਨਹੀਂ ਜਾਵੇਗਾ। ਆਗਰੇ ਦੀ ਧਰਤੀ ਤੇ ਜਮਨਾ ਨਦੀ ਦੇ ਕੰਢੇ ਤੰਬੂ ਲਾਏ, ਉੱਥੇ ਟਿਕਾਣਾ ਕੀਤਾ। ਤੇ ਫਿਰ ਜਿਹੜਾ ਦਿਲਾਂ ਨੂੰ ਜਿੱਤਣ ਵਾਲਾ ਹੋਵੇ, ਜਿਹੜਾ ਦਿਲਾਂ ਤੇ ਰਾਜ ਕਰਨ ਵਾਲਾ ਹੋਵੇ, ਉਸ ਨੂੰ ਆਪਣੀ ਕੋਈ ਮਸ਼ਹੂਰੀ ਕਰਾਉਣ ਦੀ ਲੋੜ ਨਹੀਂ। ਆਪ ਹੀ ਲੋਕ ਸਤਿਕਾਰ ਕਰਦੇ ਨੇ, ਉਹ ਦਿਲਾਂ ਦੇ ਉੱਤੇ ਰਾਜ ਕਰਨ ਵਾਲੇ ਬਣ ਜਾਂਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੀਤੇ ਹੋਏ ਇਹ ਪਰਉਪਕਾਰ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਇਹਨਾਂ ਬੰਧਨਾਂ ਤੋਂ ਮੁਕਤ ਕਰਨਾ, ਬੰਦੀ ਛੋੜ ਦਾਤੇ ਬਣ ਜਾਣਾ, ਮੇਰੇ ਪੀਰੀ ਦੇ ਮਾਲਕ ਤੋਂ ਬੰਦੀ ਛੋੜ ਦਾਤਾ ਜੀ ਕਹੇ ਜਾਣਾ। ਦਿਲਾਂ ਤੇ ਰਾਜ ਕਰਨਾ ਸੀ। ਤੇ ਜਦੋਂ ਇਸ ਆਗਰੇ ਦੀ ਧਰਤੀ ਤੇ ਆਉਣ ਦੀ ਖਬਰ ਸੁਣੀ, ਜਮਨਾ ਨਦੀ ਦੇ ਕੰਢੇ ਆਉਣ ਦੀ ਖਬਰ ਸੁਣੀ, ਇੱਕ ਪਾਸੇ ਤੇ ਤੰਬੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਲੱਗਾ, ਦੂਜੇ ਪਾਸੇ ਇਸ ਜਹਾਂਗੀਰ ਬਾਦਸ਼ਾਹ ਦਾ ਤੰਬੂ ਲੱਗਾ। ਇੱਕ ਘਾਈ ਆਇਆ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਅਥਾਹ ਪ੍ਰੇਮ ਰੱਖਣ ਵਾਲਾ, ਸ਼ਰਧਾ ਰੱਖਣ ਵਾਲਾ, ਸਤਿਗੁਰੂ ਦੇ ਵਾਸਤੇ ਚੜਾਵਾ ਲੈ ਕੇ ਆਇਆ, ਭੇਟਾ ਲੈ ਕੇ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜਿਆਂ ਨੂੰ ਪ੍ਰੇਮ ਕਰਦੇ ਹਨ, ਸ਼ੌਂਕ ਦੇ ਨਾਲ, ਚਾਅ ਦੇ ਨਾਲ ਇਹ ਸ਼ਸਤਰ ਰੱਖਦੇ ਨੇ, ਘੋੜ ਸਵਾਰੀ ਕਰਦੇ ਨੇ। ਮੈਂ ਸਤਿਗੁਰੂ ਦੇ ਘੋੜਿਆਂ ਦੇ ਵਾਸਤੇ ਘਾਹ ਲੈ ਕੇ ਜਾਵਾਂ। ਘਾਹ ਦੀ ਪੰਡ ਵੱਢੀ, ਸ਼ਰਧਾ ਦੇ ਨਾਲ ਇੱਕ ਟਕਾ ਨਾਲ ਲਿਆ, ਇਸ ਟਕੇ ਨੂੰ ਨਾਲ ਲੈ ਕੇ ਘਾਹ ਦੀ ਪੰਡ ਨੂੰ ਚੁੱਕ ਕੇ ਇਸ ਤੰਬੂ ਦੇ ਵੱਲ ਵਧਿਆ। ਸਵਾਲ ਕੀਤਾ ਕਿ ਪਾਤਸ਼ਾਹ ਦਾ ਦਰਬਾਰ ਕਿਹੜਾ ਹੈ। ਇਹਨਾਂ ਦੱਸਣ ਵਾਲਿਆਂ ਨੇ ਇਸ਼ਾਰਾ ਕੀਤਾ ਤੇ ਇਸ ਜਹਾਂਗੀਰ ਦੇ ਤੰਬੂ ਵੱਲ ਚਲੇ ਗਿਆ। ਘਾਹ ਦੀ ਪੰਡ ਰੱਖੀ, ਜਾ ਕੇ ਇੱਕ ਟਕਾ ਮੱਥਾ ਟੇਕਿਆ ਤੇ ਇੱਕੋ ਦਮ ਇੱਕੋ ਸਾਹ ਦੇ ਵਿੱਚ ਕਹੀ ਜਾਵੇ, ਜਨਮ ਮਰਨ ਕੱਟ ਦਿਓ, ਮੁਕਤੀ ਦੇ ਦਿਓ, ਬੰਧਨਾਂ ਨੂੰ ਕੱਟਣ ਵਾਲੇ ਹੋ, ਕਿਰਪਾ ਕਰਕੇ ਇਸ ਜੀਵਨ ਦੇ ਬੰਧਨ ਕੱਟੋ, ਮੁਕਤੀ ਦਿਓ। ਇਹਦੀ ਗੱਲ ਸੁਣ ਕੇ ਜਹਾਂਗੀਰ ਦੇ ਮਨ ਦੇ ਵਿੱਚ ਵੀ ਖਿਆਲ ਆਇਆ ਕਿ ਲੱਗਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਹੈ, ਭੁਲੇਖੇ ਦੇ ਨਾਲ ਇਸ ਤੰਬੂ ਦੇ ਵਿੱਚ ਆਇਆ ਹੈ। ਤੇ ਕਹਿਣ ਲੱਗਾ ਕਿ ਮੈਂ ਮੁਕਤੀ ਦੇਣ ਵਾਲਾ ਨਹੀਂ, ਸੰਸਾਰ ਦਾ ਕੋਈ ਪਦਾਰਥ ਚਾਹੀਦਾ ਹੋਵੇ ਉਹ ਤੇ ਮੇਰੇ ਵੱਸ ਦੇ ਵਿੱਚ ਹੈ, ਪਰ ਮੁਕਤੀ ਦੇਣਾ ਮੇਰੇ ਵੱਸ ਦੇ ਵਿੱਚ ਨਹੀਂ। ਤੇ ਜਦੋਂ ਇਸ ਬਾਦਸ਼ਾਹ ਦੇ ਵੱਲ ਵੇਖਿਆ ਕਿ ਸ਼ਾਨੋ ਸ਼ੌਕਤ ਤੇ ਗੁਰੂ ਹਰਗੋਬਿੰਦ ਸਾਹਿਬ ਜੈਸੀ ਹੈ, ਇਸੇ ਤਰ੍ਹਾਂ ਦਾ ਹੀ ਇਹ ਤੰਬੂ, ਇਹ ਪਲੰਗ ਹੈ। ਤੇ ਜਦੋਂ ਇਹ ਗੱਲ ਸੁਣੀ ਕਿ ਜੇਕਰ ਮੁਕਤੀ ਨਹੀਂ ਦੇ ਸਕਦੇ ਨਾ, ਤੇ ਫਿਰ ਨਾ ਤੇ ਇਹ ਟਕਾ ਤੁਹਾਡੇ ਵਾਸਤੇ ਹੈ, ਨਾ ਹੀ ਇਹ ਚੜਾਵਾ ਤੁਹਾਡੇ ਵਾਸਤੇ ਹੈ। ਆਪਣਾ ਟਕਾ ਚੁੱਕਿਆ, ਘਾਹ ਦੀ ਪੰਡ ਚੁੱਕਣ ਲੱਗਾ। ਪਹਿਰੇਦਾਰਾਂ ਨੇ ਆਖਿਆ ਕਿ ਬਾਦਸ਼ਾਹ ਦੇ ਅੱਗੇ ਕੋਈ ਚੀਜ਼ ਰੱਖ ਕੇ, ਬਾਦਸ਼ਾਹ ਦੇ ਅੱਗੇ ਕੋਈ ਭੇਟਾ ਰੱਖ ਕੇ ਚੁੱਕ ਲੈਣੀ, ਇਹ ਬਾਦਸ਼ਾਹ ਦੀ ਤੁਹੀਨ ਹੈ। ਤੂੰ ਘਾਹ ਦੀ ਪੰਡ ਇੱਥੇ ਰੱਖ, ਇਹਦੇ ਬਦਲੇ ਭਾਵੇਂ ਤੈਨੂੰ ਘੋੜਿਆਂ ਵਾਸਤੇ ਇਹ ਦਾਣੇ ਚਾਹੀਦੇ ਹੋਣ, ਛੋਲੇ ਚਾਹੀਦੇ ਹੋਣ, ਤੈਨੂੰ ਦੇ ਦਈਏ, ਮੋਹਰਾਂ ਭਾਵੇਂ ਲੈ ਜਾ, ਪਰ ਇਹ ਘਾਹ ਦੀ ਪੰਡ ਇੱਥੇ ਰੱਖ ਦੇ। ਇਹ ਘਾਈ ਅੱਗੋਂ ਜਵਾਬ ਦੇਵੇ ਤੇ ਇੱਕ ਜਵਾਬ ਦਿਓ ਮੈਨੂੰ ਕਿ ਜੇਕਰ ਤੁਹਾਡੇ ਰਾਜ ਦੇ ਵਿੱਚ ਚੱਲਣ ਵਾਲੇ ਇਹ ਸਿੱਕੇ ਤੁਹਾਡੇ ਆਪਣੇ ਨੇ, ਮੇਰੇ ਕੋਲ ਮੇਰੇ ਘਰ ਦੇ ਵਿੱਚ ਇੱਕ ਲੋਧੀਆਂ ਦੇ ਰਾਜ ਦਾ ਪਿਆ ਹੋਇਆ ਸਿੱਕਾ ਹੈ, ਜੇ ਤੁਸੀਂ ਹੁਕਮ ਕਰੋ ਤੇ ਲੋਧੀਆਂ ਦਾ ਸਿੱਕਾ ਤੁਹਾਡੇ ਦਰਬਾਰ ਦੇ ਵਿੱਚ ਰਾਜ ਭਾਗ ਦੇ ਵਿੱਚ ਚੱਲ ਜਾਏਗਾ। ਕਹਿਣ ਲੱਗਾ ਨਹੀਂ ਨਹੀਂ, ਲੋਧੀਆਂ ਦਾ ਸਿੱਕਾ ਸਾਡੇ ਦਰਬਾਰ ਦੇ ਵਿੱਚ, ਸਾਡੇ ਰਾਜ ਦੇ ਵਿੱਚ ਨਹੀਂ ਚੱਲਣਾ, ਇਹ ਸਿੱਕੇ ਹੁਣ ਕੰਮ ਨਹੀਂ ਆਉਣੇ। ਤੇ ਕਾਈ ਕਹਿਣ ਲੱਗਾ ਜੇ ਲੋਧੀਆਂ ਦਾ ਸਿੱਕਾ ਤੁਹਾਡੇ ਰਾਜ ਦੇ ਵਿੱਚ ਨਹੀਂ ਚੱਲ ਸਕਦਾ, ਇਹ ਘਾਹ ਦੀ ਪੰਡ, ਇਹ ਇੱਕ ਟਕਾ, ਇਹਦੇ ਵਿੱਚ ਇੰਨੀ ਤਾਕਤ ਹੈ, ਇਹਦੇ ਵਿੱਚ ਇੰਨੀ ਸ਼ਰਧਾ ਭਰੀ ਹੈ, ਮੈਂ ਭਾਵਨਾ ਭਰੀ ਹੈ ਕਿ ਜੇ ਲੋਧੀਆਂ ਦਾ ਸਿੱਕਾ ਤੁਹਾਡੇ ਦਰਬਾਰ ਨਹੀਂ ਚੱਲਣਾ, ਇਹ ਘਾਹ ਦੀ ਪੰਡ ਤੇ ਇਹ ਟਕਾ ਜਿਹੜਾ ਹੈ ਇਸ ਲੋਕ ਦੇ ਵਿੱਚ ਵੀ ਚੱਲੇਗਾ, ਇਹ ਪ੍ਰਲੋਕ ਦੇ ਵਿੱਚ ਵੀ ਚੱਲੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖਾਂਗਾ, ਉਹ ਇਸ ਲੋਕ ਦੇ ਵਿੱਚ ਵੀ ਸਹਾਇਤਾ ਕਰਨਗੇ, ਪ੍ਰਲੋਕ ਦੇ ਵਿੱਚ ਵੀ ਸਹਾਇਤਾ ਕਰਨਗੇ। ਤੁਹਾਡੇ ਇਹ ਸੋਨੇ ਦੇ ਟਕੇ, ਇਹ ਮੋਹਰਾਂ ਨਹੀਂ ਚਾਹੀਦੀਆਂ। ਆਪਣੀ ਘਾਹ ਦੀ ਪੰਡ ਚੁੱਕੀ, ਉਹ ਵਾਪਸ ਆਇਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਗਾਂਹ ਹੋ ਕੇ ਨੰਗੇ ਪੈਰੀਂ ਆਪਣੇ ਗਲ ਦੇ ਨਾਲ ਲਾਇਆ ਆ ਕੇ ਕਹਿਣ ਲੱਗੇ, ਧੰਨ ਹੈ ਸਿੱਖਾ, ਧੰਨ ਹੈ ਤੇਰੀ ਸਿੱਖੀ। ਸਤਿਗੁਰੂ ਜੀ ਨੇ ਅਥਾਹ ਬਖਸ਼ਾਂ ਕਰਕੇ ਨਿਵਾਜਿਆ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਖੁਸ਼ੀ ਦੇ ਅੰਦਰ ਫਿਰ ਦੀਪਮਾਲਾ ਕੀਤੀ ਗਈ। ਦੀਵਾਲੀ ਵਾਲਾ ਇਹ ਦਿਨ ਪਰਮਾਤਮਾ ਦੀ ਰਹਿਮਤ ਦੇ ਸਦਕਾ ਪਰਮਾਤਮਾ ਦੀ ਉਸਤਤ ਗੁਰੂ ਦੀ ਸਿਫਤ ਸਲਾਹ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਿੱਖਾਂ ਨੂੰ ਅਨੇਕਾਂ ਤਰ੍ਹਾਂ ਦੇ ਵਰ ਦੇ ਕੇ ਨਵਾਜਿਆ ਹੈ। ਪਾਤਸ਼ਾਹ ਦੀ ਉਸਤਤ ਦੇ ਵਿੱਚ ਭਾਈ ਗੁਰਦਾਸ ਜੀ ਨੇ ਬਚਨ ਕਹੇ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਓਡੀਨਾ ਗੁਰੂ ਬੰਦੀ ਛੋੜ ਦਾਤਾ ਹੈ, ਬੰਧਨਾਂ ਨੂੰ ਕੱਟਣ ਵਾਲਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਫਰਮਾਇਆ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਅਨੇਕਾਂ ਤਰ੍ਹਾਂ ਦੇ ਵਿਕਾਰ ਜਿਹੜੇ ਜੀਵਨ ਨੂੰ ਕਿਰਾਏ ਪਾਉਣ ਵਾਲੇ ਹੋਵਣ, ਜਿਹੜੇ ਮਾੜੀ ਸੰਗਤ ਦੇ ਵਿੱਚ ਫਸਾਉਣ ਵਾਲੇ ਹੋਵਣ, ਸਤਿਗੁਰ ਸਿੱਖ ਕੇ ਬੰਧਨ ਕਾਟੈ। ਗੁਰੂ ਉਹਨਾਂ ਬੰਧਨਾਂ ਨੂੰ, ਸਿੱਖ ਦੇ ਇਹਨਾਂ ਬੰਧਨਾਂ ਨੂੰ ਕੱਟਣ ਵਾਲਾ, ਮੁਕਤੀ ਦੇਣ ਵਾਲਾ ਹੈ। ਭਾਈ ਗੁਰਦਾਸ ਜੀ ਨੇ ਹੋਰ ਉਦਾਹਰਨਾਂ ਦਿੱਤੀਆਂ ਕਿ ਜਿਵੇਂ ਦੀਵਾਲੀ ਵਾਲਾ ਇਹ ਦਿਨ ਹੋਵੇ, ਪਿਆਰ ਦੇ ਨਾਲ, ਉਤਸ਼ਾਹ ਦੇ ਨਾਲ ਲੋਕ ਦੀਪਮਾਲਾ ਕਰਦੇ ਨੇ, ਦੀਵੇ ਜਗਾਏ ਜਾਂਦੇ ਨੇ। ਪਰ ਕਿੰਨਾ ਚੰਗਾ ਹੋਵੇ ਜਿੱਥੇ ਬਾਹਰੀ ਰੋਸ਼ਨਾਈ ਕੀਤੀ ਜਾਂਦੀ ਹੈ, ਹਨੇਰੇ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਹ ਸਫਲ ਤਾਂ ਹੈ, ਸਫਲ ਤਾਂ ਹੋਵੇਗਾ ਜੇਕਰ ਇਸ ਬਾਹਰੀ ਹਨੇਰੇ ਦੀ ਥਾਂ ਆਪਣੇ ਅੰਦਰ ਵੀ ਚਾਨਣ ਕਰਨ ਦਾ, ਪ੍ਰਕਾਸ਼ ਕਰਨ ਦਾ ਜਿਹੜਾ ਯਤਨ ਹੈ ਸਿੱਖ ਕਰੇ। ਜਿੱਥੇ ਬਾਹਰੀ ਤੌਰ ਤੇ ਮਠਿਆਈਆਂ ਵੰਡੀਆਂ ਜਾਂਦੀਆਂ ਨੇ, ਮਿੱਠਾ ਵੰਡਿਆ ਜਾਂਦਾ ਹੈ, ਕਿੰਨਾ ਚੰਗਾ ਹੋਵੇ ਜੇ ਆਪਣੇ ਅੰਦਰ ਵੀ ਸਿੱਖ ਮਨੁੱਖ ਇਸੇ ਤਰ੍ਹਾਂ ਮਿਠਾਸ ਭਰਨ ਦਾ ਯਤਨ ਕਰੇ। ਪਰ ਜਿਵੇਂ ਭਗਤ ਸਾਹਿਬ ਜੀ ਦੇ ਬਚਨ ਹਨ ਕਿ ਬਾਹਰ ਦਿਸੈ ਚਾਲਣਾ ਦਿਲ ਅੰਧਿਆਰੀ ਰਾਤ, ਕਿ ਜਿਵੇਂ ਅੰਦਰ ਜਿਹੜਾ ਹੈ ਉਹ ਤੇ ਕੈਂਚੀ ਵਰਗਾ ਹੋਵੇ, ਅੰਦਰ ਤੇ ਭਾਵਨਾ ਕੇਵਲ ਦੂਜਿਆਂ ਦੀ ਜੜ੍ਹਾਂ ਵੰਡਣ ਵਾਲੀ ਹੋਵੇ, ਪਰ ਮੁਖ ਦੇ ਵਿੱਚੋਂ ਕੇਵਲ ਮਿੱਠੇ ਬਚਨ ਬੋਲਦਾ ਹੋਵੇ। ਆਖਿਆ ਇਸ ਤਰ੍ਹਾਂ ਹੈ, ਜਿਵੇਂ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ, ਕਿ ਬਾਹਰੋਂ ਤੇ ਕਿਸੇ ਘਰ ਦੇ ਵਿੱਚ ਚਾਨਣ ਦਿਸਦਾ ਹੋਵੇ, ਬਾਹਰ ਤੇ ਅਨੇਕਾਂ ਤਰ੍ਹਾਂ ਦੇ ਰੋਸ਼ਨੀ ਕਰਨ ਦੇ ਉਹਨੇ ਬਲਬ ਲਾਏ ਹੋਣ, ਪਰ ਅੰਦਰ ਕੋਈ ਜਾਏ ਤੇ ਅੰਦਰ ਇੱਕਦਮ ਹਨੇਰਾ ਹੋਵੇ। ਬਾਹਰੋਂ ਤੇ ਮਨੁੱਖ ਦਾ ਇਹ ਪਹਿਰਾਵਾ, ਬਾਹਰੋਂ ਤੇ ਬੋਲ ਮਿੱਠੇ ਨੇ, ਪਰ ਜਿੰਨਾ ਚਿਰ ਅੰਦਰੋਂ ਜਿਹੜਾ ਮਨ ਹੈ ਉਹ ਗੁਰੂ ਦੇ ਉਪਦੇਸ਼ ਦੇ ਅਨੁਸਾਰ ਮਿੱਠਾ ਨਾ ਹੋਵੇ, ਮਿਠਾਸ ਦੇਣ ਵਾਲਾ, ਭਲਾ ਮੰਗਣ ਵਾਲਾ ਨਾ ਹੋਵੇ, ਉਹਨਾਂ ਸਮਾਂ ਸਤਿਗੁਰੂ ਜੀ ਨੂੰ ਪ੍ਰਵਾਨ ਨਹੀਂ ਹੁੰਦਾ। ਉਹਨਾਂ ਸਮਾਂ ਗੁਰੂ ਦੀਆਂ ਰਹਿਮਤਾਂ, ਗੁਰੂ ਦੀਆਂ ਖੁਸ਼ੀਆਂ ਨਹੀਂ ਮਾਣ ਸਕਦਾ। ਪਾਤਸ਼ਾਹ ਨੇ ਸੁਨੇਹਾ ਦਿੱਤਾ, ਮਿੱਠਾ ਵੰਡਣਾ ਹੈ, ਸਫਲ ਹੋਵੇਗਾ। ਆਪਣੇ ਦਿਲ ਦੇ ਵਿੱਚ ਵੀ ਦੂਜਿਆਂ ਵਾਸਤੇ ਮਿਠਾਸ ਰੱਖ, ਦੂਜਿਆਂ ਦਾ ਭਲਾ ਕਰਨ ਦਾ ਯਤਨ ਕਰ। ਭਾਈ ਗੁਰਦਾਸ ਜੀ ਕਹਿੰਦੇ, ਜਿਵੇਂ ਦੀਵਾਲੀ ਕੀ ਰਾਤ ਦੀਵੇ ਬਾਲੀਨ, ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਨੇ, ਪਰ ਇਹਨਾਂ ਦੀਵਿਆਂ ਦੀ ਲੋ ਬਹੁਤਾ ਸਮਾਂ ਨਾ ਟਿਕੀ। ਸਵੇਰੇ ਦਿਨ ਚੜ੍ਹਦਿਆਂ ਹੀ ਇਹਨਾਂ ਹੀ ਦੀਵਿਆਂ ਨੂੰ ਕਾਂ ਚੁੱਕ ਕੇ ਬਨੇਰਿਆਂ ਤੋਂ ਲੈ ਜਾਂਦੇ ਨੇ। ਤੀਰਥਾਂ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਮੇਲੇ ਲੱਗਦੇ ਨੇ, ਤੀਰਥਾਂ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਨਾਲ ਯਾਤਰੂ ਜਾਂਦੇ ਨੇ। ਮੇਲਾ ਸਮਾਪਤ ਹੋਵੇ, ਸਮਾਗਮ ਸਮਾਪਤ ਹੋਵੇ ਤੇ ਫਿਰ ਉਸੇ ਹੀ ਤਰ੍ਹਾਂ ਉਹ ਤੀਰਥ ਸੁੰਨੇ ਹੋ ਜਾਂਦੇ ਨੇ, ਆਉਣ ਜਾਣ ਵਾਲਾ ਕੋਈ ਨਹੀਂ। ਬਾਗ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਫੁੱਲ ਖਿੜੇ ਹੋਵਣ, ਬਾਗ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਫਲ ਲੱਗੇ ਹੋਣ, ਇਹ ਫੁੱਲਾਂ ਦੀ ਬਹਾਰ ਚਲੀ ਜਾਏ, ਪਤਝੜ ਆ ਜਾਏ, ਬਾਗ ਸੁੰਨੇ ਹੋ ਜਾਂਦੇ ਨੇ। ਤੇ ਸਾਹਿਬ ਕਹਿੰਦੇ, ਇਸੇ ਤਰ੍ਹਾਂ ਜਿਵੇਂ ਦੀਵਿਆਂ ਦੀ ਲੋ ਬਹੁਤਾ ਸਮਾਂ ਨਾ ਟਿਕੀ, ਤੀਰਥਾਂ ਦੇ ਉੱਤੇ ਯਾਤਰੀ ਬਹੁਤਾ ਸਮਾਂ ਨਾ ਟਿਕੇ, ਬਾਗਾਂ ਦੇ ਵਿੱਚ ਫੁੱਲ ਅਤੇ ਫਲ ਬਹੁਤਾ ਸਮਾਂ ਨਾ ਟਿਕੇ। ਜੇਕਰ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ ਪੱਲੇ ਨਾ ਹੋਵੇ ਤੇ ਜੀਵਨ ਦੇ ਵਿੱਚ ਆਨੰਦ, ਜੀਵਨ ਦੇ ਵਿੱਚ ਫਿਰ ਸੁੱਖ ਵੀ ਨਹੀਂ ਟਿਕ ਸਕਦਾ। ਜੀਵਨ ਦੇ ਵਿੱਚ ਆਨੰਦ ਤਾਂ ਹੈ ਜੇ ਗੁਰੂ ਦਾ ਲੜ ਫੜਿਆ ਹੋਵੇ, ਪੱਲਾ ਫੜਿਆ ਹੋਵੇ। ਜਿਨ੍ਹਾਂ ਨੇ ਇਸ ਤਰੀਕੇ ਨਾਲ ਗੁਰੂ ਦੇ ਚਰਨ ਪਰਸੇ ਨੇ, ਭਗਤ ਬਣ ਕੇ ਪਰਮਾਤਮਾ ਦੇ ਗੁਣ ਗਾਉਂਦੇ। ਗੁਰੂ ਨਾਨਕ ਦੇਵ ਜੀ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਹੀ ਮਨਾਂ ਦੇ ਵਿੱਚ ਸਦਾ ਵਿਗਾਸ ਹੈ, ਸਦਾ ਖੇੜਾ ਹੈ। ਜਿਹੜੇ ਗੁਰੂ ਦੀ ਸਿੱਖਿਆ ਉੱਤੇ ਚੱਲਦਿਆਂ
ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਨੇ, ਬੰਦੀ ਛੋੜ ਦਾਤਾ ਜੀ, ਕਿਰਪਾ ਕਰਕੇ ਇਹਨਾਂ ਬੰਧਨਾਂ ਤੋਂ ਮੁਕਤ ਕਰੋ। ਕਿਰਪਾ ਕਰਕੇ ਇਹ ਮਨ ਦਾ ਜਿਹੜਾ ਭੁਲੇਖਾ ਭਰਮ ਅਤੇ ਦੁਬਿਧਾ ਹੈ ਇਹ ਕੱਟੀ ਜਾਏ। ਇੱਕ ਸੱਚੇ ਮਾਰਗ ਤੇ ਚੱਲਦਿਆਂ ਇਹ ਜੀਵਨ ਸਫਲਤਾ ਵੱਲ ਵਧੇ। ਬੰਦੀ ਛੋੜ ਦਾਤੇ ਨੂੰ ਚੇਤੇ ਕਰਦਿਆਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕਰਦਿਆਂ ਸਮੁੱਚਾ ਹੀ ਸਿੱਖ ਜਗਤ ਆਪਣੇ ਤਰੀਕੇ ਦੇ ਨਾਲ ਇਸ ਦੀਵਾਲੀ ਵਾਲੇ ਦਿਨ ਨੂੰ ਬੰਦੀ ਛੋੜ ਦਿਵਸ ਨੂੰ ਮਨਾਉਂਦਾ ਹੈ। ਜਿੱਥੇ 1 ਨਵੰਬਰ ਨੂੰ ਅੱਜ ਇਹ ਦੀਵਾਲੀ ਵਾਲਾ ਦਿਨ, ਨਾਲ ਦੀ ਨਾਲ ਅੱਜ ਪੰਜਾਬੀ ਸੂਬਾ ਦਿਵਸ ਹੈ। ਦੇਸ਼ ਆਜ਼ਾਦ ਹੋਇਆ, ਵਾਅਦੇ ਤੇ ਕੀਤੇ ਗਏ ਸਨ ਕਿ ਜਿਸ ਤਰ੍ਹਾਂ ਦਾ ਕੋਈ ਬੋਲੀ ਬੋਲਣ ਵਾਲਾ ਖੇਤਰ ਹੋਵੇ, ਕਿੱਤਾ ਹੋਵੇ, ਉਸ ਬੋਲੀ ਦੇ ਆਧਾਰ ਤੇ ਦੇਸ਼ ਦੀ ਇਹਨਾਂ ਸੂਬਿਆਂ ਦੀ ਵੰਡ ਕੀਤੀ ਜਾਏਗੀ। ਪਰ ਪੰਜਾਬੀ ਬੋਲਣ ਵਾਲੇ ਜਿਹੜੇ ਬਹੁਤੇ ਇਲਾਕੇ ਸਨ ਇਸ ਪੰਜਾਬ ਤੋਂ ਵੱਖ ਕੀਤੇ ਗਏ। ਛੋਟਾ ਜਿਹਾ ਇੱਕ ਸੂਬਾ ਬਣਾਇਆ। ਇਸ ਸੂਬਾ ਪੰਜਾਬੀ ਸੂਬਾ ਦਿਵਸ 1 ਨਵੰਬਰ ਨੂੰ ਪੰਜਾਬੀ ਸੂਬਾ ਐਲਾਨਿਆ ਗਿਆ। ਬਹੁਤ ਸਾਰੇ ਪੰਜਾਬੀ ਬੋਲਦੇ ਜਿਹੜੇ ਇਲਾਕੇ ਸਨ ਵੱਖ ਕਰ ਦਿੱਤੇ ਗਏ। ਛੋਟਾ ਜਿਹਾ ਖੇਤਰ ਰਹਿਣ ਦਿੱਤਾ ਗਿਆ। ਜਿਸ ਕੌਮ ਨੇ, ਜਿਨ੍ਹਾਂ ਪੰਜਾਬੀਆਂ ਨੇ ਲਗਭਗ 85% ਹਿੱਸਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਪਾਇਆ ਹੋਵੇ, ਉਹਦੇ ਵਿੱਚੋਂ ਵੀ ਬਹੁਤੇ ਸਿੱਖ ਸਨ। ਪਰ ਇਸ ਆਜ਼ਾਦੀ ਤੋਂ ਬਾਅਦ ਖਿਤਾਬ ਮਿਲਿਆ ਜਰਾਇਮ ਪੇਸ਼ਾ ਕੌਮ ਹੋਣ ਦਾ ਕਿ ਇਹ ਜੁਰਮ ਕਰਨ ਵਾਲੇ ਨੇ, ਅਤਿਆਚਾਰ ਕਰਨ ਵਾਲੇ ਨੇ, ਖਿਤਾਬ ਦੇ ਕੇ ਨਿਵਾਜਿਆ ਗਿਆ। ਭਾਸ਼ਾ ਦੇ ਆਧਾਰ ਤੇ ਸੂਬੇ ਵੰਡਣ ਦੀ ਗੱਲ ਕਹੀ, ਪਰ ਅਨੇਕਾਂ ਇਲਾਕੇ ਜਿਹੜੇ ਪੰਜਾਬੀ ਬੋਲਦੇ ਸਨ ਵਾਂਝੇ ਕਰ ਦਿੱਤੇ ਗਏ। ਕੱਲ 31 ਅਕਤੂਬਰ ਵਾਲੇ ਦਿਨ ਸ਼ਹੀਦ ਸਾਰ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਨੇ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਏ ਜਾਣ ਦਾ ਬਦਲਾ ਲਿਆ। ਲੱਥੀ ਹੋਈ ਸਿੱਖ ਪੰਥ ਦੀ ਪੱਗ ਉਹ ਦੁਬਾਰਾ ਕੌਮ ਦੇ ਸਿਰ ਦੇ ਉੱਤੇ ਰੱਖੀ। ਉਹਨਾਂ ਨੇ ਇਸ ਇੰਦਰਾ ਗਾਂਧੀ ਨੂੰ ਮਾਰ ਕੇ ਬਦਲਾ ਲਿਆ। ਇਸ ਮਾਰੀ ਗਈ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੇ ਰੋਹ ਦੇ ਵਿੱਚ ਆਏ ਹੋਏ ਅਨੇਕਾਂ ਜਿਹੜੇ ਭੜਕੀਲੇ ਲੋਕ ਸਨ, ਉਹਨਾਂ ਨੇ ਜਿੱਥੇ ਵੀ ਕੋਈ ਸਿੱਖ ਪੰਜਾਬ ਤੋਂ ਬਾਹਰ ਵੱਸਦਾ ਹੈ ਉਹਨਾਂ ਉੱਤੇ ਜ਼ੁਲਮ ਕਰਨੇ ਸ਼ੁਰੂ ਕੀਤੇ। ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜੇ ਗਏ ਤੇ ਹੋਕਾ ਇਹ ਦਿੱਤਾ ਸੀ ਕਿ ਜਦੋਂ ਧਰਤੀ ਦੇ ਉੱਤੋਂ ਕੋਈ ਵੱਡਾ ਰੁੱਖ ਡਿੱਗੇ ਤੇ ਜਿਹੜੀ ਧਰਤੀ ਹੈ ਹਿੱਲਦੀ ਹੈ, ਕੰਬਦੀ ਹੈ, ਆਖਿਆ ਵੱਡਾ ਰੁੱਖ ਡਿੱਗਾ ਹੈ। ਧਰਤੀ ਦੇ ਉੱਤੇ ਫਿਰ ਅਤਿਆਚਾਰ ਤੇ ਹੋਣਗੇ, ਧਰਤੀ ਤੇ ਕੰਬੇਗੀ। ਅਨੇਕਾਂ ਤਰੀਕਿਆਂ ਦੇ ਨਾਲ ਸਿੱਖਾਂ ਨੂੰ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਗਿਆ, ਮਾਰਿਆ ਗਿਆ, ਘਰਾਂ ਨੂੰ ਲੁੱਟਿਆ ਗਿਆ, ਦੁਕਾਨਾਂ ਨੂੰ ਲੁੱਟਿਆ ਗਿਆ, ਕਾਰੋਬਾਰ ਲੁੱਟੇ ਗਏ, ਇੱਜ਼ਤਾਂ ਲੁੱਟੀਆਂ ਗਈਆਂ। ਪਰ ਅੱਜ 40 ਸਾਲ ਪੂਰੇ ਉਸ ਘਟਨਾਕ੍ਰਮ ਨੂੰ ਬਤੀਤ ਹੋਏ, ਕਤਲੇਆਮ ਨੂੰ ਬਤੀਤ ਹੋਏ। ਅੱਜ ਵੀ ਸਿੱਖ ਉਸ ਦੇ ਇਨਸਾਫ ਦੀ ਉਡੀਕ ਦੇ ਵਿੱਚ ਬੈਠੇ ਹਨ, ਉਸ ਇਨਸਾਫ ਦੀ ਮੰਗ ਕਰਦੇ ਹਨ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਕਿਰਪਾ ਕਰ, ਐਸੀਆਂ ਜਿਹੜੀਆਂ ਮਾਵਾਂ ਹਨ ਜਿਹੜੀਆਂ ਸ਼ਹੀਦਾਂ ਨੂੰ ਜਨਮ ਦੇਣ ਵਾਲੀਆਂ, ਐਸੇ ਸਿੱਖ ਸਨ ਜਿਹੜੇ ਅਨੇਕਾਂ ਤਰ੍ਹਾਂ ਦੇ ਤਸੀਹੇ ਝੱਲ ਕੇ ਵੀ ਫਿਰ ਵੀ ਉਹ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਸਨ, ਫਿਰ ਵੀ ਉਹ ਸਾਰਿਆਂ ਦਾ ਭਲਾ ਮੰਗਦੇ ਸਨ। ਉਹਨਾਂ ਦਾ ਜੀਵਨ ਦੇ ਵਿੱਚ ਆਉਣਾ, ਸੰਸਾਰ ਦੇ ਵਿੱਚ ਆਉਣਾ ਕਦੇ ਖਤਮ ਨਾ ਹੋਵੇ। ਸਦਾ ਹੀ ਐਸੀਆਂ ਮਾਵਾਂ ਇਹਨਾਂ ਸ਼ਹੀਦਾਂ ਨੂੰ ਜਨਮ ਦਿੰਦੀਆਂ ਰਹਿਣ। ਚੜ੍ਹਦੀ ਕਲਾ ਦੇ ਨਾਲ, ਗੁਰੂ ਚਰਨਾਂ ਦੇ ਨਾਲ ਜੁੜ ਕੇ, ਬਾਣੀ ਬਾਣੇ ਦੇ ਧਾਰਨੀ ਬਣ ਕੇ ਆਪਣੇ ਗੁਰੂ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਇਹਨਾਂ ਰਹਿਮਤਾਂ ਨੂੰ ਸਿੱਖੀ ਦੀ ਫੁਲਵਾੜੀ ਦੇ ਵਿੱਚ ਮਾਣਦੇ ਰਹਿਣ ਅਤੇ ਗੁਰੂ ਦੇ ਬਚਨਾਂ ਦੇ ਉੱਤੇ ਤੁਰਨ ਦਾ ਯਤਨ ਕਰਦਿਆਂ ਸਰਬੱਤ ਦਾ ਭਲਾ ਮੰਗਣਾ, ਸਾਰਿਆਂ ਦਾ ਭਲਾ ਕਰਨਾ, ਇਹ ਮੁੱਢਲੇ ਕਾਰਜ ਸਿੱਖੀ ਦੇ ਸਿੱਖ ਜਿਹੜਾ ਹੈ ਕਰਦਾ ਰਹੇ। ਸੋ ਅੱਜ ਇਤਿਹਾਸ ਦੇ ਵਿੱਚ ਦਿਹਾੜੇ ਹਨ ਜਿੱਥੇ ਦੀਵਾਲੀ ਦਾ ਦਿਨ, ਬੰਦੀ ਛੋੜ ਦਿਵਸ, ਪੰਜਾਬੀ ਸੂਬਾ ਦਿਵਸ ਅਤੇ ਇਸ ਨਵੰਬਰ 1984 ਦੇ ਕਤਲੇਆਮ ਦੇ ਅੱਜ 40 ਸਾਲ ਪੂਰੇ ਹੋਏ। ਇਹਨਾਂ ਦਿਹਾੜਿਆਂ ਨੂੰ ਮਨਾਉਂਦਿਆਂ ਸਿੱਖ ਉਹ ਗੁਰੂ ਸਾਹਿਬਾਨਾਂ ਦੇ ਪਾਏ ਹੋਏ ਪੂਰਨੇ, ਉਹਨਾਂ ਦੀ ਦਿੱਤੀ ਹੋਈ ਸਿੱਖਿਆ ਦੇ ਉੱਤੇ ਚੱਲਣ ਦਾ ਯਤਨ ਕਰੇ। ਮਿਲਿਆ ਹੋਇਆ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸਤਿਗੁਰੂ ਕਿਰਪਾ ਕਰਕੇ ਇਹ ਬਾਣੀ ਬਾਣੇ ਦੀ ਦਾਤ ਜੀਵਨ ਦੇ ਵਿੱਚ ਬਖਸ਼ਿਸ਼ ਕਰਕੇ ਨਿਵਾਜਣ ਜੀ। ਸਹਿਬ ਦਾਤਾ ਕਿਰਪਾ ਕਰੇ। ਸਰਬੱਤ ਸੰਗਤਾਂ ਦੀ ਹਾਜ਼ਰੀ ਕਦਮ ਕਦਮ ਚੱਲਿਆ ਹੋਇਆ ਲੇਖੇ ਦੇ ਵਿੱਚ ਲਾਉਣ